ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਗੁਰ ਹਿਰਦੇ ਧਿਆਵੋ ਸ਼੍ਰੀ ਗੁਰ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬੇਗਨਨ ਕੇ ਨਾਸ਼ਕ ਨਨ ਕੇ ਨਾਸ਼ਕ ਹਰਿ ਗੋਬਿੰਦ ਸੁਭ ਸੋਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੁ ਤਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਮਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਆਪ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ ਦੋਹਰਾ ਅਬ ਇੱਕ ਭੂਪਤ ਕੀ ਕਥਾ ਕਹਨ ਬਨੈ ਇਸ ਥਾਨ ਗਨ ਸਰੋਤਾ ਸੁਨੀਐ ਸਕਲ ਬਨਹੁ ਸੁਚਿਤ ਸਵਧਾਨ ਅਬ ਇੱਕ ਭੂਪਤ ਕੀ ਕਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਸਾਜੀ ਔਰ ਨਿਵਾਜੀ ਹੋਈ ਗੁਰਮੁਖ ਮਾਈ ਭਾਈ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰੂ ਜੀ ਕਾ ਖਾਸ ਰੂਪ ਸੁੰਦਰ ਸਰੂਪ ਸਾਧ ਸੰਗਤ ਜੀ ਆਪ ਸਰਬ ਵਡਭਾਗੇ ਹੋ ਜੋ ਕਿ ਵਾਲੀਏ ਦੋ ਜਹਾਂ ਦੀਨ ਦੁਨੀ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਦੀ ਦਇਆ ਸਦਕਾ ਗੁਰੂ ਕੇ ਹਜ਼ੂਰ ਦੀਵਾਨ ਸਜੇ ਹਨ। ਸਤਿਗੁਰਾਂ ਦੀ ਰਹਿਮਤ ਹੋਈ ਹੈ ਭਾਈ ਆਪ ਜੀਆਂ ਨੇ ਪਾਵਨ ਬਾਣੀ ਦੇ ਨਿਤਨੇਮ ਸਰਵਣ ਕੀਤੇ ਹਰ ਜਸ ਕੀਰਤਨ ਸਰਵਣ ਕੀਤੇ ਹਨ। ਆਓ ਕੁਝ ਸਮਾਂ ਗੁਰ ਇਤਿਹਾਸ ਦੀ ਵਿਚਾਰ ਨਾਲ ਜੁੜਨ ਦਾ ਸਾਨੂੰ ਪ੍ਰਾਪਤ ਹੋਇਆ ਹੈ। ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੋ ਪਵਿੱਤਰ ਇਤਿਹਾਸ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਵਰਣਨ ਕਰ ਰਹੇ ਨੇ, ਰਲ ਮਿਲ ਕੇ ਵਿਚਾਰਨ ਪੜ੍ਹਨ ਸੁਣਨ ਦਾ ਯਤਨ ਕਰੀਏ। ਪਿਛਲੇ ਸਮੇਂ ਦੌਰਾਨ ਅਸੀਂ ਸਾਰੇ ਸਰਵਣ ਕਰ ਰਹੇ ਸਾਂ
ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਹਜ਼ੂਰ ਗੁਰੂ ਕਾ ਇੱਕ ਸਿੱਖ ਭਾਈ ਦਿਆਲ ਦਾਸ ਬਹੁਤ ਕੀਮਤ ਦਾ ਬਣਿਆ ਹੋਇਆ 2.5 ਲੱਖ ਰੁਪਏ ਦਾ ਬਣਿਆ ਹੋਇਆ ਕੀਮਤੀ ਤੰਬੂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਹਜ਼ੂਰ ਉਹਨੇ ਆ ਕੇ ਭੇਟ ਕੀਤਾ। ਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੂੰ ਇਹ ਅਭਲਾਖਾ ਇੱਛਾ ਉਹਨੇ ਜ਼ਾਹਰ ਕੀਤੀ ਸੀ। ਮਹਾਰਾਜ ਸੱਚੇ ਪਾਤਸ਼ਾਹ ਦਿੱਲੀ ਦੇ ਪਾਤਸ਼ਾਹ ਵਾਸਤੇ ਇੱਕ ਤੰਬੂ ਤਿਆਰ ਕੀਤਾ ਕਾਬਲ ਦੇ ਕਾਰੀਗਰਾਂ ਨੇ। ਮਹਾਰਾਜ ਉਹ ਤੰਬੂ ਦੇਖ ਕੇ ਮੇਰਾ ਮਨ ਬੜਾ ਝੂਰਦਾ ਰਿਹਾ। ਮੈਂ ਸੋਚਿਆ ਮਹਾਰਾਜ ਸੱਚੇ ਪਾਤਸ਼ਾਹ ਇਹ ਤੇ ਸੋਹਣਾ ਤੰਬੂ ਆਪ ਜੀਆਂ ਵਾਸਤੇ ਹੀ ਸਹੀ ਰਹੇਗਾ, ਆਪ ਜੀਆਂ ਵਾਸਤੇ ਸੋਹਣਾ ਲੱਗੇਗਾ, ਆਪ ਜੀਆਂ ਦੇ ਉੱਪਰ ਸ਼ੋਭਾ ਪਾਏਗਾ। ਸੋ ਸਤਿਗੁਰੂ ਜੀ ਮੈਂ ਚਾਹੁੰਦਾ ਇੱਕ ਸੁੰਦਰ ਤੰਬੂ ਤਿਆਰ ਕਰਵਾਇਆ ਜਾਵੇ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਿਹਾ ਵੀ ਸਿਖਾ ਤੂੰ ਹੁਣੇ ਹੀ ਕਾਬਲ ਨੂੰ ਜਾ ਤੇ ਜਿਹੋ ਜਿਹਾ ਉਹ ਤੰਬੂ ਬਣਿਆ ਸਾਨੂੰ ਦੱਸ ਵੀ ਕਿੱਦਾਂ ਦਾ ਬਣਿਆ ਸੀ, ਤੇ ਜਦੋਂ ਜਿਵੇਂ ਫਿਰ ਤੇਰੀ ਮਰਜ਼ੀ ਹੈ ਉਸ ਤਰ੍ਹਾਂ ਦਾ ਤੰਬੂ ਜਾ ਕੇ ਤਿਆਰ ਕਰਵਾ ਲੈ। ਉਹ ਗੁਰੂ ਕੇ ਸਿੱਖ ਭਾਈ ਦਿਆਲ ਦਾਸ ਨੇ ਮਹਾਰਾਜ ਜੀਆਂ ਦੇ ਵਾਸਤੇ ਕਾਬਲ ਦੇ ਕਾਰੀਗਰਾਂ ਨੂੰ ਕਹਿ ਕੇ ਤਾਕੀਦ ਕਰਕੇ 2.5 ਲੱਖ ਰੁਪਈਆ ਗੁਰੂ ਕੀਆਂ ਸੰਗਤਾਂ ਦੀ ਕਾਰ ਭੇਟਾ 2 ਸਾਲਾਂ ਦੀ ਇਕੱਠੀ ਕਰਕੇ ਉਹ ਤੰਬੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਵਾਸਤੇ ਤਿਆਰ ਕਰਵਾਇਆ। ਫਿਰ ਸਤਿਗੁਰਾਂ ਦੇ ਹਜ਼ੂਰ ਲੈ ਕੇ ਭਾਈ ਉਹ ਤੰਬੂ ਪਹੁੰਚਿਆ। ਜਦੋਂ ਗੁਰੂ ਕਾ ਹੁਕਮ ਪਾ ਕੇ ਉਸ ਤੰਬੂ ਨੂੰ ਦੀਵਾਨ ਵਾਲੇ ਸਥਾਨ ਤੇ ਲਗਾਇਆ ਗਿਆ, ਗੁਰੂ ਸਾਹਿਬ ਜੀ ਦੇ ਸਮੇਤ ਮਾਮਾ ਕਿਰਪਾਲ ਚੰਦ ਜੀਆਂ ਨੇ ਬੜੀ ਸ਼ੋਭਾ ਕੀਤੀ ਉਸ ਤੰਬੂ ਦੀ। ਜਿਤਨੀਆਂ ਸੰਗਤਾਂ ਆ ਕੇ ਤੰਬੂ ਵਿੱਚ ਬਿਰਾਜਮਾਨ ਹੋਈਆਂ ਸਭ ਨੇ ਭਾਈ ਉਸ ਤੰਬੂ ਨੂੰ ਸਲਾਹਿਆ। ਕਵੀ ਸੰਤੋਖ ਸਿੰਘ ਜੀ ਕਹਿੰਦੇ 22 ਧਾਰ ਦੇ ਇਲਾਕਿਆਂ ਵਿੱਚ ਇਸ ਤੰਬੂ ਦੀ ਸ਼ੋਭਾ ਵਡਿਆਈ ਜਿਹੜੀ ਫੈਲ ਗਈ। ਜਿਸ ਨੇ ਵੀ ਇਸ ਤੰਬੂ ਨੂੰ ਤੱਕਿਆ ਵੇਖਿਆ ਮਹਾਰਾਜ ਜੀਆਂ ਦੇ ਇਸ ਤੰਬੂ ਦੀ ਉਹਨੇ ਸਾਰਿਆਂ ਨੇ ਭਾਈ ਸੰਗਤਾਂ ਨੇ ਵਡਿਆਈ ਕੀਤੀ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਸੁੰਦਰ ਤੰਬੂ ਤਿਆਰ ਕਰਵਾਇਆ ਗਿਆ। ਫਿਰ ਕਵੀ ਜੀ ਕਹਿੰਦੇ ਭਾਈ ਇੱਕ ਦਿਨ ਗੁਰੂ ਕੀਆਂ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਈਆਂ ਕਿਤੋਂ ਦੂਰ ਇਲਾਕੇ ਤੋਂ। ਉਹਨਾਂ ਵਿੱਚ ਇੱਕ ਖੱਤਰੀ ਜਾਤ ਦਾ ਕੁਮਰਾਵ ਗੋਤ ਦਾ ਗੁਰੂ ਕਾ ਪਿਆਰਾ ਸਿੱਖ ਭਾਈ ਰਾਮ ਸ਼ਰਨ ਆਇਆ ਆਪਣੀ ਧੀ ਦਾ ਡੋਲਾ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੂੰ ਦੇਣ ਵਾਸਤੇ। ਉਹਨੇ ਆ ਕੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਸਤਿਗੁਰੂ ਜੀ ਆਪ ਮੇਰੀ ਧੀ ਦਾ ਡੋਲਾ ਪ੍ਰਵਾਨ ਕਰੋ। ਕਲਗੀਧਰ ਪਾਤਸ਼ਾਹ ਨੇ ਇਹਦੀ ਬੇਨਤੀ ਨੂੰ ਪ੍ਰਵਾਨ ਕੀਤਾ ਸਤਿਗੁਰਾਂ ਨੇ। ਫਿਰ ਸਤਿਗੁਰਾਂ ਦੇ ਪ੍ਰਸੰਗ ਵਿੱਚ ਅਸੀਂ ਸਰਵਣ ਕੀਤਾ ਜੀ ਮਾਤਾ ਸੁੰਦਰੀ ਜੀ ਦੇ ਨਾਲ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦਾ ਦੂਜਾ ਵਿਆਹ ਜਿਹੜਾ ਏ ਉਹ ਸੰਪੂਰਨ ਹੋਇਆ। ਉਹ ਸਾਰਾ ਪ੍ਰਸੰਗ ਪਿਛਲੇ ਸਮੇਂ ਆਪਾਂ ਸਾਰਿਆਂ ਨੇ ਸਰਵਣ ਕੀਤਾ। ਆਓ ਹੁਣ ਕਵੀ ਸੰਤੋਖ ਸਿੰਘ ਜੀ ਜੋ ਅਗਲਾ ਪ੍ਰਸੰਗ ਵਰਣਨ ਕਰ ਰਹੇ ਨੇ, ਰਾਜਾ ਰਤਨ ਰਾਏ ਜੋ ਅਸਾਮ ਦੇਸ਼ ਦਾ ਰਾਜਾ ਹੈ ਕਲਗੀਧਰ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਆ ਰਿਹਾ ਹੈ। ਉਹ ਭਾਈ ਕਿਸ ਤਰ੍ਹਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਇਹ ਪ੍ਰਸੰਗ ਕਵੀ ਜੀ ਵਰਣਨ ਕਰਨਗੇ। ਮਨ ਦੇ ਟਿਕਾਓ ਦੇ ਸਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਪਵਿੱਤਰ ਜੀਵਨ ਪ੍ਰਸੰਗ ਆਪਾਂ ਰਲ ਮਿਲ ਕੇ ਸਰਵਣ ਕਰੀਏ। ਮਨ ਦੇ ਟਿਕਾਓ ਵਾਸਤੇ ਇੱਕ ਵਾਰ ਸਾਰੇ ਜਪੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਅਬ ਇੱਕ ਭੂਪਤ ਕੀ ਕਥਾ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਇਹ ਪਵਿੱਤਰ ਭਾਈ ਪ੍ਰਸੰਗ ਦੀ ਆਰੰਭਤਾ ਕਰਦਿਆਂ ਬਚਨ ਕਰਦੇ ਨੇ ਬਈ ਅਬ ਇੱਕ ਭੂਪਤ ਕੀ ਕਥਾ। ਸੰਗਤ ਜੀ ਹੁਣ ਇੱਕ ਰਾਜੇ ਦੀ ਭੂਪਤ ਦੀ ਜਿਹੜੀ ਕਥਾ ਹੈ ਕਹਨ ਬਨੈ ਇਸ ਥਾਨ। ਕਵੀ ਜੀ ਕਹਿੰਦੇ ਇਸ ਥਾਂ ਤੇ ਹੁਣ ਜੋਗ ਮੈਂ ਜਾਣਦਾ ਇਸ ਗੱਲ ਨੂੰ ਵੀ ਇੱਕ ਰਾਜੇ ਦੀ ਜਿਹੜੀ ਕਥਾ ਮਹਾਰਾਜ ਜੀਆਂ ਦੇ ਪਿਆਰ ਦੀ ਉਹ ਇੱਥੇ ਵਰਣਨ ਕਰਾਂ। ਗਨ ਸਰੋਤਾ ਸੁਨੀਐ ਸਕਲ ਬਨਹੁ ਸੁਚਿਤ ਸਬਦਾਨ। ਐ ਸਰੋਤਾ ਜਨੋ ਕਵੀ ਸੰਤੋਖ ਸਿੰਘ ਜੀ ਕਹਿੰਦੇ ਇਹ ਸਾਰੀ ਇੱਕ ਰਾਜੇ ਦੀ ਜਿਹੜੀ ਕਥਾ ਏ ਮੈਂ ਆਪ ਜੀਆਂ ਨੂੰ ਸੁਣਾਉਣਾ ਕਰਦਾ। ਚਿੱਤ ਨੂੰ ਸਾਵਧਾਨ ਕਰਕੇ ਗੁਰੂ ਪਾਤਸ਼ਾਹ ਜੀਆਂ ਦੇ ਪਵਿੱਤਰ ਪ੍ਰਸੰਗ ਦੇ ਵਿੱਚ ਇਹ ਰਾਜੇ ਦੀ ਕਥਾ ਸਾਵਧਾਨ ਹੋ ਕੇ ਸਾਰੀ ਸੰਗਤ ਸਰਵਣ ਕਰੋ ਜੀ। ਚੌਪਈ ਸ਼੍ਰੀ ਗੁਰ ਤੇਗ ਬਹਾਦਰ ਧੀਰ ਗਮਨੇ ਦੇਸ਼ ਕਾਮਰੂ ਤੀਰ। ਕਵੀ ਸੰਤੋਖ ਸਿੰਘ ਜੀ ਭਾਈ ਜ਼ਿਕਰ ਕਰਦੇ ਨੇ ਕਿ 9ਵੇਂ ਸਤਿਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵੱਡੇ ਧੀਰਜਵਾਨ ਸਤਿਗੁਰੂ ਜਿਸ ਵੇਲੇ ਭਾਈ ਕਾਮਰੂ ਦੇਸ਼ ਅਸਾਮ ਦੀ ਮੁਹਿੰਮ ਦੇ ਉੱਪਰ ਇੱਕ ਰਾਜਾ ਹੋਇਆ ਰਾਜਾ ਰਾਮ ਸਿੰਘ। ਉਹ ਰਾਜਾ ਰਾਮ ਸਿੰਘ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਕਾਮਰੂ ਅਸਾਮ ਦੇ ਇਲਾਕੇ ਵੱਲ ਗਏ ਸਨ। ਰਾਮ ਸਿੰਘ ਨਿਰਪਕਾਜ ਬਨਾਇਓ ਤਿਸ ਨਰਿੰਦਰ ਕੋ ਬੋਲ ਮਿਲਾਇਓ। ਇਸ ਤਰ੍ਹਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਜੋ ਰਾਜਾ ਰਾਮ ਸਿੰਘ ਹੈ ਭਾਈ ਇਸ ਰਾਜੇ ਰਾਮ ਸਿੰਘ ਦਾ ਕਾਰਜ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਵਾਰਨਾ ਕੀਤਾ ਸੀ। ਤਿਸ ਨਰਿੰਦਰ ਕੋ ਬੋਲ ਮਿਲਾਇਓ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਜਿਹੜਾ ਕਾਮਰੂ ਦੇਸ਼ ਦਾ ਰਾਜਾ ਸੀ ਨਾ
ਉਸ ਰਾਜੇ ਦੇ ਨਾਲ ਰਾਜਾ ਰਾਮ ਸਿੰਘ ਦੀ ਸੰਧੀ ਕਰਵਾਈ ਸੀ। ਜਬ ਇਤ ਐਬੇ ਕੀਨੀ ਤਿਆਰੀ ਪਰਸਿਓ ਸੁਜਸ ਜਹਾਂ ਕਹਿ ਭਾਰੀ। ਜਬ ਇਤ ਐਬੇ ਕੀਨੀ ਤਿਆਰੀ ਪਸਰਿਓ ਸੁਜਸ ਜਹਾਂ ਕਹਿ ਭਾਰੀ। ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਇੱਥੋਂ ਭਾਈ ਕਾਮਰੂ ਦੇਸ਼ ਤੋਂ ਵਾਪਸ ਆਉਣ ਦੀ ਤਿਆਰੀ ਕੀਤੀ ਸੀ ਨਾ, ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਜਿੱਥੇ ਕਿੱਥੇ ਵੀ ਸ੍ਰੇਸ਼ਟ ਜਸ ਫੈਲਿਆ, ਭਾਵ ਅਸਾਮ ਦੇ ਇਲਾਕੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦਾ ਭਾਰੀ ਜਸ ਫੈਲ ਗਿਆ। ਦੇਸ਼ ਅਸਾਮ ਕੀਰ ਮਹਿਪਾਲਾ ਜਿਸ ਕੇ ਪੁੱਤਰ ਨਾ ਹੋਏ ਕਿਸ ਕਾਲਾ। ਇਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਸ ਫੈਲਿਆ ਅਸਾਮ ਦੇਸ਼ ਦੇ ਇਲਾਕੇ ਵਿੱਚ। ਕੀ ਜਸ ਫੈਲਿਆ ਕਿ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਈ ਜਿਹੜਾ ਰਾਜਾ ਰਾਮ ਸਿੰਘ ਹੈ ਨਾ, ਉਹਦੀ ਸੰਧੀ ਕਾਮਰੂ ਦੇਸ਼ ਦੇ ਰਾਜੇ ਨਾਲ ਕਰਵਾ ਦਿੱਤੀ ਹੈ। ਭਾਵ ਉਹਨਾਂ ਨੂੰ ਪੱਗ ਵੱਟ ਭਰਾ ਭਾਈ ਮਹਾਰਾਜ ਨੇ ਬਣਾ ਦਿੱਤਾ ਸੀ, ਪੱਗ ਵਟਾ ਲਈ ਸੀ ਉਹਨਾਂ ਦੋਨਾਂ ਨੇ। ਆਪਸ ਵਿੱਚ ਦੋਨਾਂ ਰਾਜਿਆਂ ਦੀ ਪਹਿਲਾਂ ਬਹੁਤਾਤ ਸਮੇਂ ਤੋਂ ਲੜਾਈ ਚੱਲਦੀ, ਝਗੜਾ ਚੱਲਦਾ ਆ ਰਿਹਾ ਸੀ, ਪਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਇਹਨਾਂ ਦੀ ਸੰਧੀ ਕਰਵਾਈ। ਇਹ ਜਸ ਮਹਾਰਾਜ ਜੀਆਂ ਦਾ ਫੈਲਿਆ। ਤੇ ਕਵੀ ਜੀ ਕਹਿੰਦੇ ਭਾਈ ਉਸ ਦੇਸ਼ ਦੇ ਵਿੱਚ ਜਦੋਂ ਸਤਿਗੁਰਾਂ ਦਾ ਜਸ ਫੈਲਿਆ ਨਾ, ਤੇ ਅਸਾਮ ਦਾ ਇੱਕ ਰਾਜਾ ਸੀ ਤੇ ਜਿਹਦੇ ਘਰ ਭਾਈ ਬੜੇ ਲੰਮੇ ਸਮੇਂ ਤੋਂ ਕੋਈ ਔਲਾਦ ਪੁੱਤਰ ਪੈਦਾ ਨਹੀਂ ਸੀ ਹੋਇਆ। ਕਰ ਕਰ ਥਕਿਓ ਅਨੇਕ ਉਪਚਾਰ ਬੀਤ ਗਇਓ ਤਰਨਾ ਪੰਚਾਰ। ਇਹ ਜਿਹੜਾ ਭਾਈ ਰਾਜਾ ਸੀ ਨਾ, ਇਸ ਰਾਜੇ ਦਾ ਨਾਮ ਰਾਜਾ ਰਾਮ ਰਾਏ ਆਉਂਦਾ ਹੈ ਭਾਈ। ਇਹ ਰਾਜਾ ਰਾਮ ਰਾਏ ਸੀ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਆਇਆ ਸੀ। ਇੱਥੇ ਇਹ ਵੀ ਆਪ ਜੀਆਂ ਦੇ ਨਾਲ ਵਿਚਾਰ ਸਾਂਝੀ ਕਰ ਦਈਏ ਬਈ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਕਵੀ ਸੰਤੋਖ ਸਿੰਘ ਨੇ ਲਿਖਿਆ ਵੀ ਬ੍ਰਹਮਪੁੱਤਰ ਦੇ ਕਿਨਾਰੇ ਜਿਹੜਾ ਧੋਬੜੀ ਸਾਹਿਬ ਅਸਥਾਨ ਅਸਾਮ ਦੇ ਇਲਾਕੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਬਣਿਆ ਹੈ ਨਾ, ਸਤਿਗੁਰੂ ਇਸ ਅਸਥਾਨ ਦੇ ਉੱਪਰ ਬਿਰਾਜਮਾਨ ਸਨ, ਉੱਚੇ ਸਥਾਨ ਤੇ ਬੈਠੇ ਹੋਏ ਸੀ। ਇੱਥੇ ਸਤਿਗੁਰੂ ਜੀ ਦੇ ਹਜ਼ੂਰ ਇਹ ਅਸਾਮ ਦਾ ਰਾਜਾ ਆਇਆ ਸੀ, ਰਾਜਾ ਰਾਮ ਰਾਏ। ਰਾਜਾ ਰਾਮ ਸਿੰਘ ਜਿਹੜਾ ਇਹ ਹੋਰ ਰਾਜਾ ਹੈ ਭਾਈ। ਜਿਹੜਾ ਰਾਜਾ ਰਾਮ ਰਾਏ ਹੈ ਇਹ ਅਸਾਮ ਦੇਸ਼ ਦਾ ਰਾਜਾ ਤੇ ਰਾਜਾ ਰਤਨ ਰਾਏ ਦਾ ਪਿਤਾ ਹੈ। ਇਹ ਯਾਦ ਰੱਖਣਾ, ਇਤਿਹਾਸ ਵਿੱਚ ਸਾਰਾ ਇਹਦਾ ਇਸ ਪ੍ਰਸੰਗ ਵਿੱਚ ਵਰਣਨ ਆਉਣਾ ਹੈ। ਤੇ ਕਵੀ ਜੀ ਨੇ ਜ਼ਿਕਰ ਕੀਤਾ ਵੀ ਇਹ ਰਾਜਾ ਰਾਮ ਰਾਏ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਚੱਲ ਕੇ ਆਇਆ ਸੀ, ਤੇ ਇਹ ਜ਼ਿਕਰ ਆਉਂਦਾ ਇਤਿਹਾਸ ਵਿੱਚ। ਤੇ ਜਾਂ ਕਈ ਇਤਿਹਾਸਕਾਰਾਂ ਦਾ ਇਹ ਲਿਖਣਾ ਇਹ ਵੀ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਗੌਰੀਪੁਰ ਦੇ ਇਲਾਕੇ ਵਿੱਚ ਵਿਚਰ ਰਹੇ ਸਨ ਨਾ, ਤੇ ਗੌਰੀਪੁਰ ਦੇ ਇਲਾਕੇ ਵਿੱਚ ਵਿਚਰਦਿਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ ਰਾਜਾ ਰਾਮ ਰਾਏ ਨੇ ਬਹੁਤ ਸੇਵਾ ਕੀਤੀ ਸੀ। ਇਹ ਭਾਈ ਪ੍ਰਸੰਗ ਦੇ ਵਿੱਚ ਜ਼ਿਕਰ ਆਉਂਦਾ। ਸੋ ਜਿਸ ਤਰ੍ਹਾਂ ਵਿਦਵਾਨਾਂ ਦੀ ਰਾਏ ਹੈ ਆਪਾਂ ਵਿਚਾਰਨਾ ਕੀਤੀ ਹੈ। ਤੋ ਹੁਣ ਕਵੀ ਜੀ ਜੋ ਜ਼ਿਕਰ ਕਰ ਰਿਹਾ ਵੀ ਅਸਾਮ ਦਾ ਰਾਜਾ ਸੀ, ਇੱਕ ਉਹਦੇ ਘਰ ਵਿੱਚ ਔਲਾਦ ਨਹੀਂ ਸੀ ਬੜੇ ਸਮੇਂ ਤੋਂ। ਕਰ ਕਰ ਥਕਿਓ ਅਨੇਕ ਉਪਚਾਰ, ਉਹਨੇ ਵਿਚਾਰੇ ਨੇ ਬਹੁਤ ਉਪਚਾਰ ਹੱਲ ਹੀਲੇ ਵਸੀਲੇ ਕੀਤੇ, ਬੜਾ ਹੀ ਯਤਨ ਕੀਤਾ। ਉਹਦੀ ਜਵਾਨੀ ਦਾ ਜਿਹੜਾ ਸਮਾਂ ਸੀ ਨਾ, ਸੁੰਦਰ ਜਵਾਨੀ ਸਾਰੀ ਢਲ ਗਈ, ਬੀਤ ਗਈ ਸੀ, ਤੇ ਉਹਦਾ ਕੋਈ ਹੱਲ ਨਹੀਂ ਸੀ ਹੋਇਆ, ਉਹਨੂੰ ਪੁੱਤਰ ਪ੍ਰਾਪਤੀ ਨਹੀਂ ਸੀ ਹੋਈ। ਸੁਨ ਕੈ ਗੁਰਜਸ ਮੁਦਤ ਬਿਲੰਦ ਜਨ ਕੀ ਪੁਰ ਹੈ ਕਾਮਨਾ ਬ੍ਰਿੰਦ। ਇਸ ਰਾਜਾ ਰਾਮ ਰਾਏ ਨੇ ਭਾਈ ਜਾਂ ਰਾਜਾ ਰਾਮ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਜਸ ਸੁਣਿਆ। ਸੁਣ ਕੇ ਗੁਰਜਸ ਮੁਦਤ ਬਿਲੰਦ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਜਸ ਇਸ ਰਾਜੇ ਨੇ ਸੁਣਿਆ ਤੇ ਬਹੁਤ ਪ੍ਰਸੰਨ ਹੋਇਆ। ਇਹਨੇ ਸੁਣਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਸੇਵਕਾਂ ਦੀਆਂ ਸਰਬ ਕਾਮਨਾਵਾਂ ਪੂਰੀਆਂ ਕਰ ਦਿੰਦੇ ਹਨ। ਅੰਤఃਪੁਰ ਕੋ ਲੈ ਨਿਜ ਸਾਥ ਮਿਲਿਓ ਆਏ ਜਹ ਸਤਿਗੁਰ ਨਾਥ। ਫਿਰ ਇਹ ਰਾਜਾ ਰਾਮ ਭਾਈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੂੰ ਰਾਜਾ ਰਾਮ ਰਾਏ ਜਿਹੜਾ ਹੈ ਉਹ ਆਪਣੀਆਂ ਅੰਤঃਪੁਰ ਕਹੀਏ ਰਾਣੀਆਂ ਨੂੰ ਨਾਲ ਲੈ ਕੇ, ਰਾਣੀ ਜਿਹਦਾ ਨਾਮ ਇਤਿਹਾਸ ਵਿੱਚ ਸਵਰਨਮਤੀ ਆਇਆ ਭਾਈ, ਰਾਣੀ ਸਵਰਨਮਤੀ ਨੂੰ ਜਾਂ ਹੋਰ ਰਾਣੀਆਂ ਨੂੰ ਆਪਣੇ ਨਾਲ ਲੈ ਕਰਕੇ ਰਾਜਾ ਧੰਨ ਗੁਰੂ ਤੇਗ ਬਹਾਦਰ ਜੋ ਜਗਤ ਦੇ ਮਾਲਕ ਸਤਿਗੁਰੂ ਨੇ, ਸਤਿਗੁਰਾਂ ਨੂੰ ਆ ਕਰਕੇ ਮਿਲਿਆ ਹੈ। ਅਨਿਕ ਅਕੋਰ ਅਰਪ ਕਰ ਧਰੇ ਦੋ ਕਰ ਜੋਰ ਨਿਹੋਰਨ ਕਰੇ। ਇਸ ਤਰ੍ਹਾਂ ਭਾਈ ਇਹਨੇ ਜਿਹੜੀ ਉਹ ਭੇਟਾ ਹੈ ਅਨਕ ਅਕੋਰ ਅਰਪ ਕਰ ਧਰੇ, ਇਹਨੇ ਆਪਣੇ ਹੱਥਾਂ ਨਾਲ ਜਿਹੜੀਆਂ ਭੇਟਾਵਾਂ ਰਾਜਾ ਰਾਮ ਰਾਏ ਲੈ ਕੇ ਆਇਆ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭੇਟ ਕੀਤੀਆਂ ਤੇ ਦੋਨੋਂ ਹੱਥ ਜੋੜ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਵੱਲ ਤੱਕਣਾ ਕੀਤਾ, ਮਹਾਰਾਜ ਦੇ ਦਰਸ਼ਨ ਕੀਤੇ ਹਨ। ਸਤ ਅਬਲਾਖਾ ਅਰਜ਼ ਗੁਜ਼ਾਰੀ ਸੁਨ ਕਰ ਸਤਿਗੁਰ ਕਰਨਾ ਧਾਰੀ। ਸੁਤ ਅਬਲਾਖਾ ਅਰਜ ਗੁਜ਼ਾਰੀ ਸੁਨ ਕਰ ਸਤਿਗੁਰ ਕਰਨਾ ਧਾਰੀ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਅੱਗੇ ਅਭਲਾਖਾ ਨਾਮ ਹੁੰਦਾ ਇੱਛਾ ਦਾ ਭਾਈ। ਇਹਨੇ ਪੁੱਤਰ ਪ੍ਰਾਪਤੀ ਦੀ ਇੱਛਾ ਦੀ ਅਰਜ਼ ਜਿਹੜੀ ਬੇਨਤੀ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਅੱਗੇ ਪ੍ਰਗਟ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਮੈਨੂੰ ਔਲਾਦ ਬਖਸ਼ੋ, ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਇਹਨੂੰ ਪਿਆਰ ਵਾਲਾ ਜਾਣ ਕੇ, ਸ਼ਰਧਾਵਾਨ ਜਾਣ ਕੇ ਨਾ ਰਾਜੇ ਨੂੰ ਸੁਣ ਕਰ ਸਤਿਗੁਰ ਕਰੁਣਾ ਧਾਰੀ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਸ ਰਾਜੇ ਦੇ ਉੱਪਰ ਦਇਆ ਕੀਤੀ, ਦਇਆ ਦੀ ਦ੍ਰਿਸ਼ਟੀ ਧਾਰਨ ਕੀਤੀ ਹੈ। ਹੋਤੀ ਹਾਥ ਮਹਿ ਅਛਰ ਛਾਪ, ਨਿਰਪਤ ਉਰੂ ਪਰ ਲਾਈ ਆਪ। ਇਸ ਤਰ੍ਹਾਂ ਕਵੀ ਜੀ ਕਹਿੰਦੇ ਜਦੋਂ ਸਤਿਗੁਰਾਂ ਨੂੰ ਇਹ ਰਾਜਾ ਬੇਨਤੀ ਕਰ ਰਿਹਾ ਸੀ ਨਾ, ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਅੱਖਰ ਛਾਪ ਆਪਣੇ ਹੱਥ ਵਿੱਚ ਫੜੀ ਹੋਈ ਸੀ। ਅੱਖਰਾਂ ਵਾਲੀ ਮੋਹਰ ਕਹਿ ਲਓ ਭਾਈ, ਅਸੀਂ ਸਟੈਂਪ ਕਹਿ ਦਿੰਦੇ ਆ ਵੀ ਮੋਹਰ ਸਤਿਗੁਰਾਂ ਨੇ ਆਪਣੇ ਹੱਥ ਦੇ ਵਿੱਚ ਫੜੀ ਹੋਈ ਸੀ ਉਸ ਵੇਲੇ ਅੱਖਰ ਛਾਪ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਹ ਜਿਹੜੀ ਮੋਹਰ ਛਾਪ ਸੀ ਨਾ ਭਾਈ, ਇਹ ਰਾਜੇ ਦੇ ਪੱਟ ਦੇ ਉੱਪਰ ਲਾਉਣਾ ਕੀਤੀ। ਨਿਰਪਤ ਉਰੂ ਪਰ ਲਾਈ ਆਪ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਨੇ ਰਾਜੇ ਦੇ ਪੱਟ ਤੇ ਇਹ ਮੋਹਰ ਲਾਉਣਾ ਕੀਤੀ। ਵਿਚਾਰਵਾਨਾਂ ਦੀ ਆਪਣੀ ਆਪਣੀ ਵਿਚਾਰ ਹੈ ਭਾਈ। ਕਿਸੇ ਵਿਦਵਾਨ ਨੇ ਇਹ ਅੱਖਰ ਛਾਪ ਜਿਹੜੀ ਮੋਹਰ ਹੈ ਮਹਾਰਾਜ ਜੀਆਂ ਨੇ ਬਈ ਰਾਜੇ ਦੇ ਮੱਥੇ ਤੇ ਲਾਈ ਸੀ, ਕਿਸੇ ਨੇ ਇਹ ਜ਼ਿਕਰ ਕੀਤਾ ਵੀ ਸਤਿਗੁਰਾਂ ਨੇ ਇਹ ਮੋਹਰ ਰਾਜੇ ਦੇ ਪੇਟ ਪਰ ਲਾਈ ਸੀ, ਪਰ ਕਵੀ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਵੀ ਰਾਜੇ ਦੇ ਪੱਟ ਤੇ ਮਹਾਰਾਜ ਨੇ ਮੋਹਰ ਲਾਈ ਸੀ ਆਪਣੇ ਹੱਥਾਂ ਨਾਲ। ਕਹਿਓ ਬਾਕ ਬਾਰ ਕੋ ਤਬ ਤਿਸੈ, ਉਪਜੈ ਪੁੱਤਰ ਤੋਹੇ ਘਰ ਬਿਸੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਇਹ ਮੋਹਰ ਛਾਪ ਰਾਜੇ ਦੇ ਪੱਟ ਦੇ ਉੱਪਰ ਲਾਉਂਦਿਆਂ ਪਾਵਨ ਮੁਖਾਰ ਬਿੰਦ ਤੋਂ ਬਚਨ ਕੀਤੇ ਸਨ, ਰਾਜਨ ਤੇਰੇ ਘਰ ਇੱਕ ਪੁੱਤਰ ਪੈਦਾ ਹੋਏਗਾ। ਬਰ ਰੂਪੀ ਬਚਨਾਂ ਨਾਲ ਮਹਾਰਾਜ ਨੇ ਬਰ ਰੂਪੀ ਬਚਨ ਕੀਤੇ ਵੀ ਤੇਰੇ ਘਰ ਇੱਕ ਪੁੱਤਰ ਪੈਦਾ ਹੋਵੇਗਾ। ਤਿਸਕੇ ਸਿਰ ਪਰ ਮੋਹਰ ਹਮਾਰੀ, ਹੋਆ ਹੈ ਚਿੰਨਤ ਸੋ ਬਯਸਾਰੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਕੀਤੀ ਵੀ ਰਾਜਨ, ਮਹਾਰਾਜ ਨੇ ਬਚਨ ਉਚਾਰੇ ਬਈ ਤੇਰੇ ਘਰ ਇੱਕ ਪੁੱਤਰ ਪੈਦਾ ਹੋਏਗਾ ਔਰ ਉਸ ਤੇਰੇ ਪੁੱਤਰ ਦੇ ਸਿਰ ਦੇ ਉੱਪਰ ਤਿਸਕੇ ਸਿਰ ਪਰ ਮੋਹਰ ਹਮਾਰੀ। ਮਹਾਰਾਜ ਕਹਿੰਦੇ ਆ ਅੱਖਰ ਛਾਪ ਜਿਹੜੀ ਮੋਹਰ ਹੈ ਨਾ, ਇਹ ਤੇਰੇ ਪੁੱਤਰ ਦੇ ਸੀਸ ਤੇ ਹੋਏਗੀ। ਹੋਇਆ ਹੈ ਚਿੰਨਤ ਸੋ ਬੈਸਾਰੀ। ਮਹਾਰਾਜ ਕਹਿੰਦੇ ਜਿਹੜਾ ਤੇਰਾ ਪੁੱਤਰ ਹੋਏਗਾ ਉਹ ਸਾਡਾ ਸਿੱਖ ਹੋਏਗਾ ਤੇ ਉਹਦੇ ਸੀਸ ਤੇ ਸਾਰੀ ਉਮਰ ਇਹ ਮੋਹਰ ਦਾ ਨਿਸ਼ਾਨ ਰਹੇਗਾ। ਗੁਰ ਤੇ ਲੇ ਕਰ ਨਿਰਪ ਘਰ ਗਇਓ, ਇੱਕ ਸੰਮਤ ਮਹਿ ਸੁਤ ਉਪਜਿਓ। ਇਸ ਤਰ੍ਹਾਂ ਭਾਈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਤੋਂ ਐਸਾ ਵਰ ਪ੍ਰਾਪਤ ਕਰਕੇ ਇਹ ਰਾਜਾ ਭਾਈ ਆਪਣੇ ਰਾਜ ਨੂੰ ਵਾਪਸ ਗਿਆ, ਆਪਣੇ ਘਰ ਨੂੰ ਵਾਪਸ ਚਲੇ ਗਿਆ। ਇੱਕ ਸੰਮਤ ਮਹਿ ਸੁਤ ਉਪਜਿਓ। ਕਵੀ ਸੰਤੋਖ ਸਿੰਘ ਜੀ ਕਹਿੰਦੇ 1 ਸਾਲ ਬਾਅਦ ਇਸ ਰਾਜਾ ਰਾਮ ਰਾਏ ਦੇ ਘਰ ਸਵਰਨਮਤੀ ਰਾਣੀ ਦੀ ਕੁੱਖੋਂ ਭਾਈ ਪੁੱਤਰ ਪੈਦਾ ਹੋਇਆ। ਅਨਿਕ ਆਨੰਦ ਬਜਾਏ ਵਧਾਈ, ਬੰਟਿਓ ਦਰਬ ਨਰਨ ਸਮਧਾਈ। ਇਹਨੇ ਭਾਈ ਇਸ ਰਾਜੇ ਦੇ ਘਰ ਫਿਰ ਬਹੁਤਾ ਆਨੰਦ ਹੋਇਆ। ਅਨਕ ਆਨੰਦ ਬਜਾਏ ਵਧਾਈ, ਰਾਜੇ ਨੂੰ ਵਧਾਈਆਂ ਮਿਲਣ ਲੱਗੀਆਂ, ਪੁੱਤਰ ਪ੍ਰਾਪਤੀ ਦੀ ਖੁਸ਼ੀ ਹੋਈ ਹੈ ਤੇ ਰਾਜੇ ਨੇ ਖੁਸ਼ੀ ਵਿੱਚ ਬਹੁਤਾ ਧਨ ਜਿਹੜਾ ਮਨੁੱਖਾਂ ਵਿੱਚ ਵੰਡਣਾ ਕੀਤਾ ਹੈ। ਪ੍ਰਤ ਪਾਰਿਓ ਪ੍ਰਿਯ ਪੁੱਤਰ ਵਡੇਰਾ, ਕਰਤ ਪ੍ਰਤੀਖਨ ਚਿਰਨ ਹੀਰਾ। ਇਸ ਤਰ੍ਹਾਂ ਭਾਈ ਪ੍ਰਤ ਪਾਰਿਓ ਪ੍ਰਿਯ ਪੁੱਤਰ ਵਡੇਰਾ, ਇਹਨੇ ਆਪਣੇ ਪੁੱਤਰ ਦੀ ਪ੍ਰਤ ਪਾਲਣਾ ਕੀਤੀ, ਪਾਲਣਾ ਪੋਸ਼ਣਾ ਕੀਤੀ ਰਾਜੇ ਨੇ ਭਾਈ ਆਪਣੇ ਪੁੱਤਰ ਦੀ। ਤੇ ਕਰਤ ਪ੍ਰਤੀਖਣ ਚਿਰ ਨਹਿ ਹੇਰਾ, ਇਹਨੇ ਬੜੇ ਚਿਰ ਬਾਅਦ ਭਾਈ ਪੁੱਤਰ ਦੀ ਇਹਨੂੰ ਪ੍ਰਾਪਤੀ ਹੋਈ। ਇਹਨੇ ਬੜੇ ਪਿਆਰ ਦੇ ਨਾਲ ਆਪਣੇ ਪੁੱਤਰ ਦੀ ਪ੍ਰਤਪਾਲਣਾ ਕੀਤੀ ਹੈ। ਕਰ ਹੈ ਦੁਲਾਰਨ ਹਰਖਤ ਹੋਈ, ਗੁਰ ਜਸ ਉਚਰ ਹੈ ਦੰਪਤ ਦੋਏ। ਇਸ ਤਰ੍ਹਾਂ ਭਾਈ ਬੜੇ ਦੁਲਾਰ ਦੇ ਨਾਲ, ਬੜੇ ਪਿਆਰ ਦੇ ਨਾਲ ਆਪਣੇ ਪੁੱਤਰ ਦੀ ਇਹ ਪਾਲਣਾ ਕਰਦੇ ਆ। ਰੋਜ਼ ਪੁੱਤਰ ਨੂੰ ਦੁਲਾਰਦੇ ਆ। ਦੋਨੋਂ ਪਤੀ ਪਤਨੀ ਭਾਈ ਬਹੁਤ ਪ੍ਰਸੰਨ ਹੁੰਦੇ ਹੈ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਸ ਵਡਿਆਈ ਉਚਾਰਦੇ ਹਨ। ਸਪੁੱਤ ਬਰਖ ਕੋ ਬਾਲਕ ਭਇਓ, ਬੈਸ ਅੰਤ ਤੇ ਨਿਰਪ ਮਰ ਗਇਓ। ਕਵੀ ਜੀ ਕਹਿੰਦੇ ਸਪਤ ਬਰਖ ਕੋ ਬਾਲਕ ਭਇਓ। ਕਵੀ ਜੀ ਨੇ ਜ਼ਿਕਰ ਕੀਤਾ ਜਦੋਂ ਭਾਈ ਇਹ ਬਾਲਕ 7 ਸਾਲ ਦਾ ਹੋਇਆ ਨਾ ਤੇ ਰਾਜਾ ਜਿਹੜਾ ਰਾਮ ਰਾਏ ਸੀ ਇਹਦੀ ਉਮਰ ਪੂਰੀ ਹੋ ਗਈ ਤੇ ਬੈਸ ਅੰਤ ਤੇ ਨਿਰਪ ਮਰ ਗਇਓ। ਜਦੋਂ ਉਮਰ ਸਮਾਪਤ ਹੋ ਗਈ ਰਾਜੇ ਦੀ ਤੇ ਰਾਜਾ ਚੜ੍ਹਾਈ ਕਰ ਗਿਆ। ਮਾਤ ਰਹੀ ਜੀਵਤ ਪ੍ਰਤਪਾਰਾ, ਤਬ ਨਿਰਪ ਸੁਤ ਨਿਜ ਸੁਰਤ ਸੰਭਾਰਾ। ਫਿਰ ਭਾਈ ਜਿਹੜੀ ਇਸ ਰਾਜੇ ਦੇ ਘਰ ਵਾਲੀ ਰਾਣੀ ਹੈ ਸਵਰਨਮਤੀ, ਉਹ ਭਾਈ ਮਾਤ ਰਹੀ ਜੀਵਤ ਪ੍ਰਤਪਾਰਾ। ਜਿਹੜੀ ਭਾਈ ਰਾਜਾ ਰਤਨ ਰਾਏ ਹੈ, ਇਹ ਰਾਜਾ ਰਾਮ ਰਾਏ ਦਾ ਪੁੱਤਰ ਹੈ। ਰਤਨ ਰਾਏ ਦੀ ਮਾਤਾ ਫਿਰ ਬਾਅਦ ਵਿੱਚ ਜਿਉਂਦੀ ਰਹੀ। ਇਹਨੇ ਰਤਨ ਰਾਏ ਦੀ ਪ੍ਰਤਪਾਲਣਾ ਕੀਤੀ, ਪਾਲਣਾ ਪੋਸ਼ਣਾ ਕੀਤੀ।
ਤਬ ਨ੍ਰਿਪ ਸੁਤ ਨਿਜ ਸੁਰਤ ਸੰਭਾਰਾ। ਇਹਨੇ ਸਮੇਂ ਨੂੰ ਕਵੀ ਜੀ ਕਹਿੰਦੇ ਜਿਹੜਾ ਰਾਜੇ ਦਾ ਪੁੱਤਰ ਹੈ ਇਹਨੇ ਆਪਣੀ ਸੁਰਤ ਸੰਭਾਲ ਲਈ ਹੈ। द्वादश सम्मत को जब हुआ ਇੱਕ ਦਿਨ ਮੁਕਰ ਭਲੀ ਵਿਦ ਜੋਵਾ। ਜਦੋਂ ਭਾਈ ਇਹ ਦੁਆਦਸ ਕਹੀਏ, ਜਦੋਂ 12 ਸਾਲ ਦਾ ਇਹ ਬਾਲਕ ਹੋਇਆ ਨਾ, ਜਦੋਂ ਇਹਨੇ ਆਪਣੀ ਸੁਰਤ ਸੰਭਾਲੀ ਤੇ ਇੱਕ ਦਿਨ ਮੁਕਰ ਭਲੀ ਵਿਦ ਜੋਵਾ। ਇਸ ਰਾਜੇ ਦੇ ਪੁੱਤਰ ਨੇ ਇੱਕ ਦਿਨ ਭਲੀ ਪ੍ਰਕਾਰ ਕਰਕੇ, ਮੁਕਰ ਨਾਮ ਹੁੰਦਾ ਸ਼ੀਸ਼ੇ ਦਾ, ਆਪਣੇ ਹੱਥ ਵਿੱਚ ਸ਼ੀਸ਼ਾ ਪਕੜ ਕੇ ਚੰਗੀ ਤਰ੍ਹਾਂ ਵੇਖਣਾ ਕੀਤਾ ਹੈ। ਕੰਗਾ ਕਰਹਿ ਸੋ ਕੇਸਨ ਮਾਹੇ ਉਨ ਜੂਰੋ ਬੰਧਨ ਕਿਆ ਤਾਹੇ। ਇਸ ਤਰ੍ਹਾਂ ਭਾਈ ਇਹਨੇ ਆਪਣੇ ਕੇਸਾਂ ਦੇ ਵਿੱਚ ਕੰਘਾ ਕੀਤਾ ਹੈ, ਸ਼ੀਸ਼ੇ ਦੇ ਅੱਗੇ ਖਲੋ ਕੇ ਕੰਘਾ ਕਰਦਿਆਂ, ਕੰਘਾ ਕਰਹਿ ਸੋ ਕੇਸਨ ਮਾਹੇ ਪੁਨ ਜੂਰੋ ਬੰਧਨ ਕੀਏ ਤਾਹੇ। ਇਹਨੇ ਭਾਈ ਆਪਣੇ ਕੇਸਾਂ 'ਚ ਕੰਘਾ ਕਰਕੇ ਫਿਰ ਕੇਸਾਂ ਦਾ ਜੂੜਾ ਬੰਧਨਾ ਕੀਤਾ ਹੈ। ਦੇਖਤ ਮੁਕਰ ਬਿਖੈ ਨਿਜ ਸਿਰ ਕੋ ਤਿਸ ਪਰ ਹੀਰਿਓ ਚਿੰਨ ਮੋਹਰ ਕੋ। ਇਸ ਤਰ੍ਹਾਂ ਭਾਈ ਦੇਖਤ ਮੁਕਰ ਬਿਖੈ ਨਿਜ ਸਿਰ ਕੋ, ਇਹ ਰਾਜੇ ਦੇ ਪੁੱਤਰ ਨੇ ਜਦੋਂ ਸ਼ੀਸ਼ੇ ਨੂੰ ਵੇਖਦਿਆਂ ਜੂੜਾ ਬੰਨ੍ਹ ਕੇ ਆਪਣੇ ਸਿਰ ਨੂੰ ਵੇਖਿਆ ਨਾ, ਸਿਰ ਦੇ ਵਿੱਚ ਤਿਸ ਪਰ ਹੀਰਿਓ ਚਿੰਨ ਮੋਹਰ ਕੋ, ਇਹਨੂੰ ਭਾਈ ਆਪਣੇ ਸੀਸ ਦੇ ਉੱਪਰ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮੋਹਰ ਦਾ ਚਿੰਨ ਸੀ, ਨਿਸ਼ਾਨ, ਉਹ ਨਜ਼ਰ ਪਿਆ ਹੈ। ਅੰਗਰੀ ਸੰਗ ਕੇਸ ਕੋ ਟਾਰੈ ਬਾਰ ਬਾਰ ਸੋ ਥਾਨ ਨਿਹਾਰੈ। ਫਿਰ ਭਾਈ ਇਹਨੇ ਆਪਣੀ ਉਂਗਲੀ ਦੇ ਨਾਲ ਉਹਨਾਂ ਕੇਸਾਂ ਨੂੰ, ਜਿੱਥੇ ਨਿਸ਼ਾਨ ਹੈ ਨਾ ਭਾਈ ਮੋਹਰ ਦਾ, ਉਥੋਂ ਕੇਸਾਂ ਨੂੰ ਉਂਗਲੀ ਦੇ ਨਾਲ ਪਰੇ ਹਟਾ ਕੇ ਬਾਰ-ਬਾਰ ਉਸ ਨਿਸ਼ਾਨ ਨੂੰ ਦੇਖਣਾ ਕੀਤਾ, ਉਸ ਥਾਂ ਨੂੰ, ਸਿਰ ਵਾਲੀ ਜਗ੍ਹਾ ਨੂੰ। ਨਹੀਂ ਕੇਸ ਜਾਮੇ ਕਿਆ ਹੀਤ ਲਗੀ ਚੋਟ ਜਬ ਬੈਸ ਅਚੇਤ। ਇਹਨੇ ਭਾਈ ਕੀ ਸੋਚਿਆ ਜਦੋਂ ਦੇਖਿਆ ਨਾ ਵੀ ਸ਼ੀਸ਼ ਵਿੱਚ ਜਿਹੜੀ ਸਤਿਗੁਰਾਂ ਦਾ ਮੋਹਰ ਵਾਲਾ ਨਿਸ਼ਾਨ ਹੈ, ਉਹਨੇ ਥਾਂ ਤੇ ਕੇਸ ਨਹੀਂ ਪੈਦਾ ਹੋਏ। ਜਦੋਂ ਇਹਨੇ ਦੇਖਿਆ ਵੀ ਇਸ ਥਾਂ ਤੇ ਕੇਸ ਪੈਦਾ ਨਹੀਂ ਹੋਏ, ਮਨ ਵਿੱਚ ਵਿਚਾਰਨ ਲੱਗਾ ਵੀ ਲੱਗੀ ਚੋਟ ਜਾਂ ਬੈਸ ਅਚੇਤ, ਵੀ ਜਦੋਂ ਮੈਂ ਨਿਆਣਾ ਸਾਂ, ਬੇਸਮਝ ਸਾਂ, ਉਦੋਂ ਮੇਰੇ ਸਿਰ ਵਿੱਚ ਚੋਟ ਲੱਗ ਗਈ ਹੋਣੀ ਹੈ, ਚੋਟ ਦਾ ਨਿਸ਼ਾਨ ਹੋਣਾ ਹੈ। ਕੈ ਵਿਸਫੋਟ ਨਿਕਸਿਓ ਹੋਈ ਇਮ ਸੰਸੈ ਨਿਰਪ ਨੰਦਨ ਕੋਈ। ਤੇ ਜਾਂ ਫਿਰ ਇਹ ਭਾਈ ਰਾਜੇ ਦਾ ਪੁੱਤਰ ਸੋਚਣ ਲੱਗਾ, ਰਤਨ ਰਾਏ ਕਹਿੰਦਾ ਵੀ ਕਹਿ ਵਿਸਫੋਟ, ਵਿਸਫੋਟ ਨਾਮ ਆਪਾਂ ਫੋੜਾ ਕਹਿ ਦਿੰਦੇ ਫੁੰਸੀ ਭਾਈ, ਬਈ ਜਾਂ ਮੇਰੇ ਨਿੱਕੇ ਹੁੰਦਿਆਂ ਕੋਈ ਜ਼ਹਿਰੀਲਾ ਫੋੜਾ ਹੋ ਗਿਆ ਹੋਣਾ ਸਿਰ ਦੇ ਵਿੱਚ, ਤੇ ਉਹਦਾ ਨਿਸ਼ਾਨ ਹੈ ਇਹ ਮੇਰੇ ਸਿਰ ਦੇ ਵਿੱਚ, ਇਮ ਸੰਸੈ ਨਿਰਪ ਨੰਦਨ ਕੋਈ। ਇਸ ਤਰ੍ਹਾਂ ਭਾਈ ਵਿਚਾਰਦਿਆਂ ਰਾਜੇ ਦੇ ਪੁੱਤਰ ਦੇ ਮਨ ਵਿੱਚ ਸੰਸਾ ਪੈਦਾ ਹੋਇਆ ਹੈ। ਪੱਗਿਆ ਬੰਦਤ ਕਰਤ ਵਿਚਾਰਨ ਜਨਨੀ ਜਾਣਤ ਹੋਏ ਇਸ ਕਾਰਨ। ਤੇ ਫਿਰ ਭਾਈ ਇਹ ਰਾਜੇ ਦਾ ਪੁੱਤਰ ਸਿਰ ਤੇ ਦਸਤਾਰ ਪੱਗ ਬੰਨਣ ਲੱਗਾ। ਦਸਤਾਰ ਸਜਾਉਂਦਿਆਂ ਸਜਾਉਂਦਿਆਂ ਨੇ ਮਨ ਵਿੱਚ ਵਿਚਾਰ ਕੀਤਾ ਵੀ ਜਿਹੜਾ ਇਹ ਮੇਰੇ ਸਿਰ ਵਿੱਚ ਨਿਸ਼ਾਨ ਹੈ ਨਾ, ਇਸ ਨਿਸ਼ਾਨ ਬਾਰੇ ਮੇਰੀ ਮਾਤਾ ਨੂੰ ਪਤਾ ਹੋਣਾ ਜ਼ਰੂਰ। ਇਮ ਮਨ ਠਾਨ ਪਿਆਨੋ ਕੀਨ ਜੇਠਾ ਅੰਤ ਹੈ ਪੁਰ ਆਸੀਨ। ਇਹਨੇ ਵੀ ਮਨ ਵਿੱਚ ਵਿਚਾਰਿਆ ਵੀ ਇਸ ਨਿਸ਼ਾਨ ਦਾ ਕਾਰਨ ਮੇਰੀ ਮਾਤਾ ਨੂੰ ਪਤਾ ਹੋਣਾ। ਇਹ ਵਿਚਾਰ ਕੇ ਮਨ ਵਿੱਚ ਠਾਣ ਕੇ ਇਹ ਭਾਈ ਜਿੱਥੇ ਇਹਦੀ ਮਾਤਾ ਸਵਰਨਮਤੀ ਬੈਠੀ ਹੋਈ ਹੈ ਉੱਥੇ ਚਲੇ ਗਿਆ ਹੈ। ਨਿਕਟ ਬੈਠ ਕਰ ਬੂਜੀ ਤਹਾਂ ਸਿਰ ਮਹਿ ਚਿੰਨ ਹੇਤ ਇਸ ਕਹਾ। ਇਹਨੇ ਆਪਣੀ ਮਾਤਾ ਦੇ ਨੇੜ ਬੈਠ ਕੇ, ਕੋਲੇ ਬੈਠ ਕੇ ਮਾਤਾ ਨੂੰ ਪੁੱਛਿਆ, ਮਾਤਾ ਜੀ ਮੇਰੇ ਸਿਰ ਦੇ ਵਿੱਚ ਜਿਹੜਾ ਇਹ ਨਿਸ਼ਾਨ ਬਣਿਆ, ਚਿੰਨ ਬਣਿਆ ਹੋਇਆ, ਇਸ ਚਿੰਨ ਦਾ, ਇਸ ਨਿਸ਼ਾਨ ਦਾ ਕਾਰਨ ਕੀ ਹੈ, ਮੈਨੂੰ ਦੱਸਣਾ ਕਰੋ। ਲੱਗੀ ਚੋਟ ਕੈ ਭਾ ਵਿਸਫੋਟ ਕੇਸ ਨਾ ਜਾਮੇ ਕੌਨੇ ਖੋਟ। ਮਾਤਾ ਜੀ ਇਹ ਕਹਿਣ ਲੱਗਾ ਪੁੱਤਰ ਸਵਰਨਮਤੀ ਨੂੰ, ਰਾਜਾ ਰਤਨ ਰਾਏ ਛੋਟੀ ਉਮਰ ਵਿੱਚ ਜਦੋਂ ਇਹਨੇ ਨਿਸ਼ਾਨ ਆਪਣੇ ਸਿਰ ਵਿੱਚ ਵੇਖ ਲਿਆ, ਇਹਨੇ ਮਾਤਾ ਨੂੰ ਪੁੱਛਿਆ, ਮਾਤਾ ਜੀ ਮੇਰੇ ਸਿਰ ਵਿੱਚ ਨਿੱਕੇ ਹੁੰਦਿਆਂ ਕੋਈ ਸੱਟ ਵੱਜ ਗਈ ਸੀ, ਜਾਂ ਫਿਰ ਮੇਰੇ ਸਿਰ ਵਿੱਚ ਕੋਈ ਫੁੰਸੀ ਫੋੜਾ ਹੋ ਗਿਆ ਸੀ ਜਿਸ ਕਰਕੇ ਉਹਨੇ ਥਾਂ ਦੇ ਵਿੱਚ ਮੇਰੇ ਸਿਰ ਵਿੱਚ ਕੇਸ ਪੈਦਾ ਨਹੀਂ ਹੋਏ, ਇਹ ਕਿਹੜੀ ਖੋਟ, ਕੀ ਕਾਰਨ ਹੈ ਮਾਤਾ ਜੀ, ਮੈਨੂੰ ਦੱਸਣਾ ਕਰੋ। ਸੁਨ ਰਾਨੀ ਸਭ ਕਹਿਓ ਬਿਰਤੰਤ ਇਤ ਆਈ ਸਤਿਗੁਰ ਭਗਵੰਤ। ਇਹ ਰਾਣੀ ਸਵਰਨਮਤੀ ਨੇ ਭਾਈ ਆਪਣੇ ਪੁੱਤਰ ਰਤਨ ਰਾਏ ਦੀ ਗੱਲ ਸੁਣ ਕੇ ਸਾਰਾ ਬਿਰਤਾਂਤ ਫਿਰ ਇਹਨੂੰ ਖੋਲ ਕੇ ਸੁਣਾਇਆ। ਬਈ ਪੁੱਤਰ ਜੀ ਇੱਧਰ ਸਾਡੇ ਅਸਾਮ ਦੇ ਇਲਾਕੇ ਵੱਲ, ਗੌਰੀਪੁਰ ਦੇ ਇਲਾਕੇ ਵੱਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੋ ਪਰਮੇਸ਼ਰ ਸਰੂਪ ਸਨ ਉਹ ਆਏ ਸਨ। ਤੋਰ ਪਿਤਾ ਗਮਨਿਓ ਤਿਨ ਪਾਸ ਸੁਤ ਬਾਛਤ ਕੀਨਸ ਅਰਦਾਸ। ਇਸ ਤਰ੍ਹਾਂ ਹੈ ਪੁੱਤਰ ਜੀ, ਤੇਰੇ ਪਿਤਾ ਜਿਹੜੇ ਸਨ ਰਾਜਾ ਰਾਮ ਰਾਏ, ਉਹ ਸਤਿਗੁਰਾਂ ਦੀ ਸੋਭਾ ਵਡਿਆਈ ਸੁਣ ਕੇ ਉਹਨਾਂ ਦੇ ਕੋਲ ਗਏ ਤੇ ਮਹਾਰਾਜ ਜੀਆਂ ਦੇ ਕੋਲੋਂ ਪੁੱਤਰ ਦੀ ਆਸ ਮਹਾਰਾਜ ਨੂੰ ਦੱਸੀ, ਮਹਾਰਾਜ ਮੈਨੂੰ ਪੁੱਤਰ ਦਿਓ, ਮੈਨੂੰ ਪੁੱਤਰ ਦੀ ਦਾਤ ਬਖਸ਼ੋ, ਇਹ ਅਰਦਾਸ ਕੀਤੀ ਤੇਰੇ ਪਿਤਾ ਨੇ। ਸੁਨ ਗੁਰ ਮੋਹਰ ਹਾਥ ਤੇ ਲਾਈ ਚਿੰਨਤ ਸਤ ਹੋਏ ਸਿਰ ਉਪਜਾਈ। ਇਸ ਤਰ੍ਹਾਂ ਗੁਰੂ ਪਾਤਸ਼ਾਹ ਨੇ ਤੇਰੇ ਪਿਤਾ ਦੀ ਬੇਨਤੀ ਸੁਣ ਕੇ
ਮਹਾਰਾਜ ਜੀ ਨੇ ਉਸ ਵੇਲੇ ਅੱਖਰ ਛਾਪ ਮੋਹਰ ਜਿਹੜੀ ਸੀ ਆਪਣੇ ਹੱਥ ਵਿੱਚ ਫੜੀ ਹੋਈ ਸੀ ਤੇ ਸਤਿਗੁਰਾਂ ਨੇ ਉਹ ਤੇਰੇ ਪਿਤਾ ਦੇ ਪੱਟ ਤੇ ਲਗਾ ਦਿੱਤੀ ਤੇ ਪੁੱਤਰ ਜੀ ਚਿੰਨਤ ਸੁਤ ਹੋਏ ਸਿਰੋਂ ਪਜਾਈ। ਨਾਲ ਹੀ ਉਹ ਗੁਰੂ ਪਾਤਸ਼ਾਹ ਨੇ ਬਚਨ ਕੀਤੇ ਵੀ ਇਹ ਜਿਹੜਾ ਸਾਡੀ ਮੋਹਰ ਦਾ ਚਿੰਨ ਨਿਸ਼ਾਨ ਹੈ ਨਾ ਰਾਜਨ, ਜਿਹੜਾ ਤੇਰੇ ਘਰ ਪੁੱਤਰ ਪੈਦਾ ਹੋਏਗਾ ਉਹਦੇ ਸੀਸ ਤੇ ਹੋਏਗਾ ਸਾਡੀ ਮੋਹਰ ਦਾ ਨਿਸ਼ਾਨ। ਮਹਿ ਪਾਲਕ ਤਨ ਲਾਗੀ ਜੋਈ, ਤੋਹੇ ਸੀਸ ਪਰ ਜਾਨਹੁ ਸੋਈ। ਇਸ ਤਰ੍ਹਾਂ ਮਾਤਾ ਜੀ, ਜਿਹੜੀ ਮਾਤਾ ਸਵਰਨਮਤੀ ਰਾਜਾ ਰਤਨ ਰਾਏ ਦੀ ਮਾਤਾ ਹੈ, ਇਹਨੇ ਫਿਰ ਪੁੱਤਰ ਨੂੰ ਦੱਸਿਆ, ਪੁੱਤਰ ਸਤਿਗੁਰਾਂ ਨੇ ਬਚਨ ਕੀਤੇ ਵੀ ਰਾਜਨ ਮਹਿ ਪਾਲਕ ਤਨ ਲਾਗੀ ਜੋਈ, ਵੀ ਇਹ ਰਾਜਨ ਜਿਹੜੀ ਨਿਸ਼ਾਨ ਮੋਹਰ ਦਾ ਚਿੰਨ ਤੇਰੇ ਸੀਸ ਤੇ ਅਸੀਂ ਤੇਰੇ ਪੱਟ ਤੇ ਲਗਾਇਆ ਨਾ, ਤੋਹੇ ਸੀਸ ਪਰ ਜਾਨੋ ਸੋਈ। ਤੇ ਰਾਣੀ ਸਵਰਨਮਤੀ ਨੇ ਆਪਣੇ ਪੁੱਤਰ ਨੂੰ ਦੱਸਿਆ, ਪੁੱਤਰ ਜਿਹੜੀ ਉਹ ਮੋਹਰ ਸੀ ਸਤਿਗੁਰਾਂ ਦੀ ਉਹ ਤੇਰੇ ਸੀਸ ਤੇ ਲੱਗੀ ਹੋਈ ਹੈ ਤੇ ਚਿੰਨ ਰੂਪ ਦੇ ਵਿੱਚ ਉਹ ਜਿਹੜਾ ਨਿਸ਼ਾਨ ਹੈ ਨਾ ਤੇਰੇ ਸੀਸ ਤੇ ਉਹ ਸਤਿਗੁਰਾਂ ਦੀ ਮੋਹਰ ਦਾ ਹੈ। ਇਹ ਮਾਤਾ ਨੇ ਦੱਸਿਆ ਹੈ। ਤੂੰ ਜਨਮਿਓ ਗੁਰ ਸਿੱਖ ਮਹਾਨਾ, ਸਿਰ ਪਰ ਮੋਹਰ ਲਗੇ ਤੇ ਜਾਨਾ। ਹੈ ਪੁੱਤਰ ਤੂੰ ਤੇ ਗੁਰੂ ਕਾ ਮਹਾਨ ਸਿੱਖ ਸਾਡੇ ਘਰੇ ਜਨਮ ਪੈਦਾ ਹੋਇਆ। ਮਹਾਰਾਜ ਦੇ ਬਚਨਾਂ ਨਾਲ ਗੁਰੂ ਕਾ ਮਹਾਨ ਸਿੱਖ ਤੂੰ ਸਾਡੇ ਘਰ ਜਨਮ ਲਿਆ, ਇਸ ਕਰਕੇ ਸਿਰ ਪਰ ਮੋਹਰ ਲੱਗੇ ਤੇ ਜਾਨਾ। ਇਹ ਜਿਹੜੀ ਅਸੀਂ ਗੱਲ ਹੈ ਵੀ ਤੂੰ ਗੁਰੂ ਕਾ ਸਿੱਖ ਹੈ, ਇਹ ਜਿਹੜਾ ਤੇਰੇ ਸੀਸ ਤੇ ਨਿਸ਼ਾਨ ਹੈ ਨਾ ਮੋਹਰ ਦਾ, ਇਸ ਗੱਲ ਤੋਂ ਅਸੀਂ ਜਾਣਿਆ ਹੈ, ਇਸ ਨਿਸ਼ਾਨ ਤੋਂ ਜਾਣਨਾ ਕੀਤਾ ਹੈ। ਨਿਰਪ ਸੁਤ ਸੁਨ ਕੈ ਮਨ ਬਿਸਮਾਇਓ, ਇਹ ਤਾਂ ਅਦਭੁਤ ਹੇਤ ਬਤਾਇਓ। ਇਹ ਜਿਹੜਾ ਰਾਜਾ ਰਾਮ ਰਾਏ ਦਾ ਪੁੱਤਰ ਹੈ ਭਾਈ ਰਤਨ ਰਾਏ ਸੁਣ ਕੇ ਬੜਾ ਹੈਰਾਨ ਹੋਇਆ, ਬੜਾ ਆਸ਼ਚਰਜ ਹੋਇਆ। ਕਹਿਣ ਲੱਗਾ ਮਾਤਾ ਜੀ ਇਹ ਤਾਂ ਤੁਸੀਂ ਅਜੀਬ ਹੀ ਕਾਰਨ ਦੱਸਿਆ ਇਸ ਨਿਸ਼ਾਨ ਦਾ ਜੋ ਮੇਰੇ ਸਿਰ ਤੇ ਹੈ। ਹੇ ਜਨਨੀ ਸੋ ਸਤਿਗੁਰ ਕਹਾ, ਜਿਨ ਮੈਂ ਸ਼ਕਤੀ ਪਈਅਤ ਮਹਾ। ਤੇ ਰਾਜਾ ਰਤਨ ਰਾਏ ਨੇ ਭਾਈ ਫਿਰ ਪੁੱਛਿਆ, ਆਪਣੀ ਮਾਤਾ ਨੂੰ ਪੁੱਛਣਾ ਕੀਤਾ ਕਿ ਇਹ ਮਾਤਾ ਐਸੇ ਸਤਿਗੁਰੂ ਜਿਨ੍ਹਾਂ ਵਿੱਚ ਇੰਨੀ ਮਹਾਨ ਤਾਕਤ ਕਿ ਜਿਨ੍ਹਾਂ ਦੇ ਬਚਨਾਂ ਨਾਲ ਮੈਂ ਪੈਦਾ ਹੋਇਆ, ਉਹ ਸਤਿਗੁਰੂ ਕਿੱਥੇ ਰਹਿੰਦੇ ਹਨ? ਦਰਸ਼ਨ ਕਰਬੇ ਮਨ ਉਮਗਾਇਓ, ਜਿਨ ਕੇ ਵਰਤੇ ਮੋਹਿ ਨਿਪਜਾਇਓ। ਮਾਤਾ ਜੀ ਇਹ ਪੁੱਤਰ ਬੱਚਾ ਕਹਿਣ ਲੱਗਾ ਰਾਜਾ ਰਤਨ ਰਾਏ, ਇਹ ਮਾਤਾ ਜੀ ਦਰਸ਼ਨ ਕਰਬੇ ਮਨ ਉਮਗਾਇਓ, ਜਿਸ ਸਤਿਗੁਰਾਂ ਦੇ ਬਰ ਰੂਪੀ ਬਚਨਾਂ ਸਦਕਾ ਮੇਰਾ ਜਨਮ ਹੋਇਆ ਹੈ, ਉਸ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਮੇਰਾ ਮਨ ਉਤਾਵਲਾ ਹੋ ਰਿਹਾ। ਮੇਰੇ ਮਨ ਵਿੱਚ ਇੱਛਾ ਪੈਦਾ ਹੋ ਰਹੀ ਮੈਂ ਸਤਿਗੁਰਾਂ ਦੇ ਦਰਸ਼ਨ ਕਰਾਂ, ਇਹ ਜਿਨ੍ਹਾਂ ਦੇ ਬਚਨਾਂ ਦੇ ਨਾਲ ਮੇਰਾ ਜਨਮ ਹੋਇਆ ਹੈ। ਰਾਨੀ ਕਹਿਓ ਸੋ ਬੈਕੁੰਠ ਗਏ, ਗਾਦੀ ਪਰ ਤਿਨਕੇ ਸੁਤ ਭਏ। ਇਸ ਤਰ੍ਹਾਂ ਭਾਈ ਜਦੋਂ ਰਾਣੀ ਨੂੰ ਇਸ ਬੱਚੇ ਨੇ ਰਾਜਾ ਰਤਨ ਰਾਏ ਨੇ ਪੁੱਛਿਆ ਤੇ ਰਾਣੀ ਨੇ ਦੱਸਿਆ, ਪੁੱਤਰ ਜੀ ਜਿਸ ਗੁਰੂ ਪਾਤਸ਼ਾਹ ਦੇ ਬਚਨਾਂ ਸਦਕਾ ਤੇਰਾ ਜਨਮ ਹੋਇਆ ਨਾ, ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪੰਜ ਭੌਤਿਕ ਸਰੀਰ ਦਾ ਤਿਆਗ ਕਰਕੇ ਵੈਕੁੰਠ ਧਾਮ ਨੂੰ ਚਲੇ ਗਏ ਨੇ। ਪਰ ਉਹਨਾਂ ਤੋਂ ਬਾਅਦ ਉਹਨਾਂ ਦੀ ਗੱਦੀ ਦੇ ਉੱਪਰ ਉਹਨਾਂ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਬਿਰਾਜਮਾਨ ਹੋਏ ਹਨ। ਜਨਮੇ ਪਟਨੇ ਨਗਰ ਮਝਾਰੀ, ਵੱਡੇ ਹੋਏ ਜਬ ਸੁਰਤ ਸੰਭਾਰੀ। ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਉਹਨਾਂ ਦਾ ਜਨਮ ਤੇ ਭਾਵੇਂ ਪਟਨੇ ਸ਼ਹਿਰ ਵਿੱਚ ਹੋਇਆ ਹੈ, ਪਰ ਜਿਉਂ ਉਹ ਆਪਣੀ ਅਵਸਥਾ ਉਮਰ ਵਿੱਚ ਜਦੋਂ ਵੱਡੇ ਹੋਏ ਤੇ ਸੁਰਤ ਸੰਭਾਲੀ ਉਹਨਾਂ ਨੇ। ਦੇਸ਼ ਪੰਜਾਬ ਹੁਤੋ ਤਿਨ ਕੀਰਾ, ਤਿਸ ਥਲ ਜਾਏ ਟਿਕੇ ਤਿਸ ਬੀਰਾ। ਇਸ ਤਰ੍ਹਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਆਪਣਾ ਦੇਸ਼ ਹੈ ਜਿਹੜਾ ਉਹ ਪੰਜਾਬ ਦੇਸ਼ ਹੈ। ਮਹਾਰਾਜ ਪੰਜਾਬ ਦੇਸ਼ ਦੇ ਰਹਿਣ ਵਾਲੇ ਸਨ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆਪਣੇ ਪਿਤਾ ਦੇ ਦੇਸ਼ ਭਾਵ ਪੰਜਾਬ ਦੇਸ਼ ਵਿੱਚ ਜਾ ਕੇ ਟਿਕ ਗਏ ਪਟਨੇ ਸ਼ਹਿਰ ਤੋਂ। ਆਪਨ ਦੇਸ਼ ਤੇ ਦੂਰ ਬਡੇਰੇ, ਦੇਖਿਆ ਤਾਂ ਗਮ ਨੇ ਪੰਥ ਕਨੇਰੇ। ਪੁੱਤਰ ਜੀ ਆ ਸਾਡੇ ਦੇਸ਼ ਤੋਂ ਜਿਹੜਾ ਪੰਜਾਬ ਦੇਸ਼ ਹੈ ਉਹ ਬਹੁਤ ਦੂਰ ਹੈ। ਮਾਤਾ ਜੀ ਨੇ ਕਿਹਾ ਵੀ ਬੜੀ ਦੂਰ ਹੈ ਇੱਥੋਂ, ਜੇ ਚੱਲ ਕੇ ਜਾਈਏ। ਦੇਖੀਏ ਤਾਂ ਗਮ ਨੇ ਪੰਥ ਘਨੇਰੇ, ਜਦੋਂ ਚੱਲ ਕੇ ਜਾਈਏ ਫਿਰ ਪਤਾ ਲੱਗਦਾ ਵੀ ਅਸਾਮ ਦੇਸ਼ ਤੋਂ ਪੰਜਾਬ ਦੇਸ਼ ਦੀ ਜਿਹੜੀ ਬਾਟ ਹੈ ਉਹ ਬੜੀ ਲੰਮੀ ਹੈ, ਬੜੀ ਦੂਰ ਹੈ। ਨਿਰਪ ਸੁਤ ਸੁਨਤ ਹਿਰਦੇ ਆਨੰਦ, ਜਗੀ ਦੇਖਵੇ ਚਾਹੇ ਬਿਲੰਦ। ਇਹ ਜਿਹੜਾ ਭਾਈ ਰਾਜੇ ਰਾਮ ਰਾਏ ਦਾ ਪੁੱਤਰ ਹੈ ਰਤਨ ਰਾਏ, ਇਹਦੇ ਨਿਰਪ ਸੁਤ ਸੁਨਤ ਹਿਰਦੇ ਆਨੰਦ, ਬੜਾ ਆਨੰਦ ਪ੍ਰਸੰਨ ਹੋਇਆ ਸਤਿਗੁਰੂ ਜੀ ਦੀ ਵਡਿਆਈ ਸੁਣ ਕੇ ਤੇ ਇਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨਾਂ ਦੀ ਚਾਹਨਾ ਇਹਦੇ ਹਿਰਦੇ ਵਿੱਚ ਬਹੁਤ ਹੀ ਜਾਗਰਤ ਹੋਈ ਹੈ। ਤਿਸ ਦਿਨ ਤੇ ਤਿਆਰੀ ਕਰਵਾਵਤ, ਵਸਤ ਅਜਾਇਬ ਕੋ ਖੁਜਵਾਵਤ। ਇਹਨੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਦਰਸ਼ਨਾਂ ਦੀ ਜਿਹੜੀ ਇੱਛਾ ਇਹਦੇ ਹਿਰਦੇ ਦੇ ਵਿੱਚ ਜਾਗਤ ਹੋ ਗਈ ਹੈ ਭਾਈ। ਇਹਦੇ ਹਿਰਦੇ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦੀ ਇੱਛਾ ਜਾਗੀ ਹੈ ਤੇ ਉਸ ਦਿਨ ਤੋਂ ਲੈ ਕੇ ਕਵੀ ਜੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਅਜੀਬ ਵਸਤੂਆਂ ਭੇਟ ਕਰਨ ਦੀ ਇਹਦੀ ਇੱਛਾ ਏ ਤੇ ਇਹਨੇ ਭਾਈ ਸਾਰੀ ਤਿਆਰੀ ਕਰਵਾ ਲਈ ਆਪਣੇ ਸੈਨਿਕਾਂ ਨੂੰ, ਅਹਿਲਕਾਰਾਂ ਨੂੰ ਕਹਿ ਕੇ
ਤੇ ਅਜੀਬ ਕਿਸਮ ਦੀਆਂ ਵਸਤੂਆਂ ਜਿਹੜੀਆਂ ਸਤਿਗੁਰੂ ਨੂੰ ਭੇਟਾ ਕਰਨੀਆਂ, ਉਹਨਾਂ ਨੂੰ ਖੋਜਣ ਦਾ ਹੁਕਮ ਕਰ ਦਿੱਤਾ, ਲੱਭਣ ਦਾ। ਮਸਲਤ ਕਰਤ ਮੰਤਰੀ ਅਨਸੰਗ ਹਿਤ ਅਕੋਰ ਲੇ ਕਿਤ ਕਤ ਰੰਗ। ਇਸ ਤਰ੍ਹਾਂ ਭਾਈ ਹਿਤ ਅਕੋਰ ਲੇ ਕਿਤਕ ਤੁਰੰਗ। ਕਵੀ ਸੰਤੋਖ ਸਿੰਘ ਜੀ ਕਹਿੰਦੇ ਇਹ ਰਾਜਾ ਰਤਨ ਰਾਏ ਨੇ ਆਪਣੇ ਮੰਤਰੀਆਂ ਦੇ ਨਾਲ ਸਲਾਹ ਕੀਤੀ ਹੈ। ਮਸਲਤ ਨਾਮ ਹੁੰਦਾ ਸਲਾਹ ਦਾ। ਆਪਣੇ ਅਹਿਲਕਾਰਾਂ ਦੇ ਨਾਲ ਸਲਾਹ ਕਰਕੇ ਗੁਰੂ ਪਾਤਸ਼ਾਹ ਨੂੰ ਭੇਟ ਕਰਨ ਵਾਸਤੇ ਨੇ ਭਾਈ ਕੁਝ ਘੋੜੇ ਜਿਹੜੇ ਆ ਉਹ ਖਰੀਦਣਾ ਕੀਤੇ ਹਨ। ਚਪਲ ਬਲੀ ਜਿਨ ਬੇਗ ਬਿਸਾਲੇ ਜ਼ਰੀ ਜ਼ੀਨ ਕਾਂਚਨ ਕੇ ਡਾਲੇ। ਇਸ ਤਰ੍ਹਾਂ ਕਵੀ ਜੀ ਕਹਿੰਦੇ ਭਾਈ ਜਿਹੜੇ 5 ਘੋੜੇ ਰਾਜਾ ਰਤਨ ਰਾਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਟ ਕਰਨ ਵਾਸਤੇ ਅਹਿਲਕਾਰਾਂ ਨਾਲ ਸਲਾਹ ਕਰਕੇ ਖਰੀਦੇ ਨੇ, ਇਹ ਬੜੇ ਚਪਲ ਕਹੀਏ ਚੰਚਲਤਾਈ ਵਾਲੇ ਤੇ ਬਹੁਤੇ ਬਲ ਵਾਲੇ, ਬਹੁਤੇ ਬਲ ਦੇ ਨਾਲ ਤੇਜ਼ ਦੌੜਨ ਵਾਲੇ ਨੇ। ਇਹਨਾਂ ਦੇ ਘੋੜਿਆਂ ਦੇ ਉੱਪਰ ਭਾਈ ਜਿਹੜੀਆਂ ਕਾਠੀਆਂ ਨੇ, ਉਹਨਾਂ ਕਾਠੀਆਂ ਦੇ ਉੱਪਰ ਸੋਨੇ ਦਾ ਕੰਮ ਕੀਤਾ ਗਿਆ, ਕੰਚਨ ਦਾ ਕੰਮ ਹੋਇਆ ਤੇ ਇਹ ਕੰਚਨ ਦੇ ਕੰਮ ਕੀਤੀਆਂ ਹੋਈਆਂ ਕਾਠੀਆਂ ਜਿਹੜੀਆਂ ਘੋੜਿਆਂ ਤੇ ਪਾਈਆਂ ਗਈਆਂ ਨੇ। ਅਦਭੁਤ ਲੀਨਸ ਏਕ ਮਤੰਗ ਕਦ ਛੋਟੋ ਨਹਿ ਦੀਰਘ ਅੰਗ। ਰਾਜਾ ਰਤਨ ਰਾਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਭੇਟ ਕਰਨ ਵਾਸਤੇ 5 ਘੋੜੇ ਖਰੀਦੇ। ਉਹਨਾਂ ਘੋੜਿਆਂ ਤੇ ਭਾਈ ਸੋਨੇ ਨਾਲ ਤਿਆਰ ਕੀਤੀਆਂ ਹੋਈਆਂ ਕਾਠੀਆਂ ਕਸੀਆਂ। ਇਸੇ ਤਰ੍ਹਾਂ ਕਵੀ ਜੀ ਕਹਿੰਦੇ ਬੜੀ ਅਜੀਬ ਕਿਸਮ ਦਾ ਇੱਕ ਹਾਥੀ ਜਿਹੜਾ ਏ ਉਹ ਰਾਜੇ ਨੇ ਖਰੀਦਣਾ ਕੀਤਾ ਮਹਾਰਾਜ ਨੂੰ ਭੇਟ ਕਰਨ ਵਾਸਤੇ, ਜਿਹਦਾ ਕੱਦ ਛੋਟਾ ਹੈ ਤੇ ਉਹਦੇ ਅੰਗ ਕੋਈ ਬਹੁਤੇ ਵੱਡੇ ਲੰਬੇ ਚੌੜੇ ਨਹੀਂ, ਬੜੇ ਛੋਟੇ ਅੰਗਾਂ ਵਾਲਾ ਮਧਰੇ ਜੇ ਕੱਦ ਦਾ ਹਾਥੀ ਹੈ। ਜਿਤੋ ਰੋਟ ਕਾ ਕੀਰ ਆਕਾਰ ਸੁੰਦਰ ਹੁਤੋ ਸੁਪੈਦ ਲਿਲਾਰ। ਕਵੀ ਸੰਤੋਖ ਸਿੰਘ ਜੀ ਕਹਿੰਦੇ ਭਾਈ ਇਹ ਜਿਹੜਾ ਹਾਥੀ ਹੈ ਨਾ, ਰੋਟੀ ਦੇ ਆਕਾਰ ਦਾ ਜਿਹੜਾ ਮੱਥਾ ਇਹਦਾ ਨਾ ਉਹ ਚਿੱਟੇ ਰੰਗ ਦਾ ਹੈ ਭਾਈ। ਰੋਟੀ ਵਰਗਾ ਨਿਸ਼ਾਨ ਇਹਦੇ ਮੱਥੇ ਉੱਤੇ ਬਣਿਆ ਹੋਇਆ, ਸਫੈਦ ਰੰਗ ਦਾ ਲਿਲਾਰ ਕੇ ਮੱਥੇ ਦੇ ਉੱਤੇ ਚਿੰਨ੍ਹ ਹੋਣਾ, ਬੜਾ ਸੁੰਦਰ ਚਿੰਨ੍ਹ ਇਹਦੇ ਮਸਤਕ ਤੇ ਬਣਿਆ ਹੋਇਆ ਹਾਥੀ ਦੇ ਉੱਪਰ, ਹਾਥੀ ਦੇ ਮੱਥੇ ਤੇ ਜਿਹੜਾ ਇਹਦਾ ਆਕਾਰ ਹੈ ਚਿੰਨ੍ਹ ਦਾ ਰੋਟੀ ਵਾਂਗ ਗੋਲ ਹੈ। ਤਿਸੀ ਸੁਪੈਦੀ ਕੀ ਸ਼ੁਭ ਧਾਰੀ ਉਤਰੀ ਤਰੀ ਸੁੰਡ ਲਗ ਸਾਰੀ। ਇਸ ਤਰ੍ਹਾਂ ਭਾਈ ਜਿਹੜਾ ਉਹ ਰੋਟੀ ਦੇ ਆਕਾਰ ਦਾ ਚਿੰਨ੍ਹ ਮੱਥੇ ਤੇ ਹਾਥੀ ਦੇ ਬਣਿਆ ਨਾ, ਤਿਸੀ ਸੁਪੈਦੀ ਕੀ ਸ਼ੁਭ ਧਾਰੀ, ਉਹਦੀ ਇੱਕ ਸ੍ਰੇਸ਼ਟ ਧਾਰੀ ਹੈ ਜਿਹੜੀ ਧਾਰ ਲਾਈਨ ਕਹਿ ਦਿੰਦੇ ਅਸੀਂ, ਉਹ ਭਾਈ ਮੱਥੇ ਤੋਂ ਲੈ ਕੇ ਸੁੰਡ ਦੇ ਉੱਪਰ ਦੀ ਸਾਰੇ ਸੁੰਡ ਦੇ ਹੇਠਾਂ ਨੂੰ ਉਤਰੀ ਹੋਈ ਸੀ ਇੱਕ ਲਾਈਨ। ਸਿਰ ਪਰ ਹੋਏ ਕਰ ਗਈ ਪਿਛਾਰੀ ਲਾਂਗੁਲ ਮੂਲ ਤੀਕ ਇੱਕ ਸਾਰੀ। ਇਸੇ ਤਰ੍ਹਾਂ ਭਾਈ ਇਸ ਜਿਹੜਾ ਮੱਥੇ ਦੇ ਉੱਪਰ ਚਿੱਟਾ ਨਿਸ਼ਾਨ ਹੈ ਪ੍ਰਸਾਦੀ ਹਾਥੀ ਦੇ, ਇਹਨੂੰ ਪ੍ਰਸਾਦੀ ਹਾਥੀ ਦਾ ਨਾਮ ਸਤਿਗੁਰਾਂ ਨੇ ਦਿੱਤਾ ਸੀ ਭਾਵੇਂ। ਇਹ ਜਿਹੜਾ ਹਾਥੀ ਰਾਜਾ ਰਤਨ ਰਾਏ ਨੇ ਖਰੀਦਿਆ ਭਾਈ, ਇਹਦੇ ਮੱਥੇ ਤੇ ਚਿੱਟੇ ਰੰਗ ਦਾ ਇੱਕ ਚਿੰਨ੍ਹ ਬਣਿਆ ਹੋਇਆ ਰੋਟੀ ਵਰਗਾ। ਇਸ ਚਿੰਨ੍ਹ ਤੋਂ ਇੱਕ ਲਕੀਰ ਸੁੰਡ ਤੋਂ ਹੇਠਾਂ ਨੂੰ ਉਤਰਦੀ ਹੈ ਤੇ ਇੱਕ ਲਕੀਰ ਭਾਈ ਸਿਰ ਦੇ ਉੱਪਰ ਦੀ ਹੋ ਕੇ ਜਿੱਥੇ ਤੱਕ ਉਹ ਪੂਛ ਦਾ ਮੁੱਢ ਹੁੰਦਾ ਹੈ ਨਾ, ਪੂਛ ਦੇ ਮੁੱਢ ਤੱਕ ਗਈ ਹੋਈ ਹੈ। ਅਪਰ ਆਕਾਰ ਸੋ ਕਾਰਾ ਸਾਰੂ ਸਕਲ ਅੰਗ ਸੁੰਦਰ ਦੁਤ ਵਾਰੂ। ਬਾਕੀ ਸਾਰਾ ਰੰਗ ਇਸ ਹਾਥੀ ਦਾ ਭਾਈ ਕਾਲਾ ਹੈ, ਗੂੜੇ ਕਾਲੇ ਰੰਗ ਦਾ ਇਹ ਹਾਥੀ ਹੈ। ਬਸ ਇਹਦੇ ਮੱਥੇ ਦੇ ਉੱਪਰ ਚਿੱਟੇ ਰੰਗ ਦਾ ਰੋਟੀ ਵਰਗਾ ਆਕਾਰ ਬਣਿਆ, ਇੱਕ ਲਾਈਨ ਪਿੱਠ ਵੱਲ ਨੂੰ ਪੂਛ ਦੇ ਮੁੱਢ ਤੱਕ ਜਾਂਦੀ ਹੈ, ਇੱਕ ਸੁੰਡ ਤੋਂ ਹੇਠਾਂ ਨੂੰ ਉਤਰਦੀ ਹੈ, ਬੜਾ ਸੋਹਣਾ ਲੱਗਦਾ ਹੈ ਵੇਖਣ ਨੂੰ। ਪੁੰਨ ਸਿੱਖਿਆ ਦੇ ਭਲੇ ਸਿਖਾਇਓ ਕਰਹਿ ਸੋ ਨਰ ਜਿਮ ਚਾਹੈ ਕਰਾਇਓ। ਕਵੀ ਜੀ ਕਹਿੰਦੇ ਇਸ ਹਾਥੀ ਦੇ ਅੰਗ ਆ ਨਾ ਜਿਹੜੇ ਬੜੇ ਸੋਹਣੇ ਆ, ਸੁੰਦਰ ਲੱਗਦੇ ਭਾਈ, ਬੜੇ ਸੋਹਣੇ ਅੰਗ ਨੇ। ਫਿਰ ਜਿਹੜਾ ਇਹ ਹਾਥੀ ਪਾਲਣ ਵਾਲਾ ਉਹਨੇ ਚੰਗੀ ਤਰ੍ਹਾਂ ਸਿੱਖਿਆ ਦੇ ਕੇ ਇਹਨੂੰ ਚੰਗੀ ਸਿੱਖਿਆ ਦਿੱਤੀ ਹੋਈ ਹੈ ਇਸ ਹਾਥੀ ਨੂੰ। ਜਿਵੇਂ ਵੀ ਕੋਈ ਮਨੁੱਖ ਇਹਨੂੰ ਕਹਿੰਦਾ ਹੈ ਇਹ ਹਾਥੀ ਉਸੇ ਤਰ੍ਹਾਂ ਦਾ ਕੰਮ ਕਰ ਦਿੰਦਾ ਹੈ। ਸੁੰਡ ਬਿਖੈ ਗਹਿ ਲੀਤ ਮਿਸਾਲ ਠਾਡੇ ਕਰਹਿ ਪ੍ਰਕਾਸ਼ ਵਿਸਾਲ। ਇਹ ਹਾਥੀ ਭਾਈ ਇਦਾਂ ਸਿਖਾਲਿਆ ਹੋਇਆ ਹੈ, ਇਹ ਆਪਣੀ ਸੁੰਡ ਦੇ ਵਿੱਚ ਅੱਗ ਦੀ ਬਲਦੀ ਹੋਈ ਮਿਸਾਲ ਪਕੜ ਲੈਂਦਾ ਹੈ ਤੇ ਅੱਗੇ ਅੱਗੇ ਖਲੋ ਕੇ ਜਿਸ ਦੇ ਅੱਗੇ ਵੀ ਇਹ ਚੱਲਦਾ ਉਹਦੇ ਅੱਗੇ ਖਲੋ ਕੇ ਫਿਰ ਬਹੁਤ ਹੀ ਰੌਸ਼ਨੀ ਕਰਦਾ ਮਿਸਾਲ ਦੇ ਨਾਲ ਅੱਗੇ ਅੱਗੇ। ਕਰਤ ਰਹਿਤ ਨਿਰਪ ਕੇ ਸਿਰ ਚੌਰ ਚਿਰਲੋ ਖਰੋ ਪਾਛਲੀ ਠੌਰ। ਕਵੀ ਜੀ ਕਹਿੰਦੇ ਭਾਈ ਇਹ ਰਾਜੇ ਰਤਨ ਰਾਏ ਦੇ ਪਿੱਛੇ ਖਲੋ ਕੇ ਬੜਾ ਲੰਮਾ ਸਮਾਂ ਚੌਰ ਕਰਦਾ ਰਹਿੰਦਾ ਰਾਜੇ ਦੇ ਸੀਸ ਤੇ, ਪਿਛਲੇ ਪਾਸੇ ਖਲੋ ਜਾਂਦਾ ਤੇ ਰਾਜੇ ਦੇ ਸਿਰ ਤੇ ਚੌਰ ਕਰਦਾ ਹੈ। ਜੇ ਤੱਕ ਤੀਰ ਚਲਾਵਨ ਕਰੈ ਬੀਨ ਬੀਨ ਤਿਨ ਆਗੇ ਧਰੈ। ਇਹ ਰਾਜਾ ਰਤਨ ਰਾਏ ਭਾਈ ਜਿਹੜੇ ਵੀ ਤੀਰ ਚਲਾਉਂਦਾ ਨਾ ਕਮਾਨ ਤੇ ਚੜਾ ਕੇ, ਉਹ ਤੀਰਾਂ ਨੂੰ ਇਹ ਹਾਥੀ ਜਿਹੜਾ ਇਹ ਚੁਣ ਚੁਣ ਕੇ ਇਕੱਠੇ ਕਰਕੇ ਲਿਆ ਕੇ ਰਾਜੇ ਦੇ ਅੱਗੇ ਰੱਖ ਦਿੰਦਾ ਹੈ। ਇਤਿਆਦਿਕ ਗੁਣ ਜਿਸਮੈ ਕਨੇ ਜਬ ਹੈ ਆਏ
ਕਰ ਤਿਸ ਢਿਗ ਭਨੇ। ਹਾਂ, ਇਸ ਤੋਂ ਆਦ ਲੈ ਕੇ ਬਹੁਤੇ ਗੁਣ ਇਸ ਹਾਥੀ ਦੇ ਵਿੱਚ ਨੇ। ਕਵੀ ਜੀ ਕਹਿੰਦੇ ਜਦੋਂ ਵੀ ਕੋਈ ਮਨੁੱਖ ਆ ਕੇ ਇਸ ਹਾਥੀ ਨੂੰ ਕੋਈ ਕੰਮ ਕਹਿੰਦਾ ਨਾ ਵੀ ਆਹ ਕੰਮ ਕਰਦੇ, ਉਹੋ ਹੀ ਕੰਮ ਕਰਦਾ। ਜਿਸ ਤਰ੍ਹਾਂ ਕੋਈ ਮਨੁੱਖ ਕਹਿੰਦਾ ਹੈ ਉਸੇ ਤਰ੍ਹਾਂ ਹੀ ਕਰ ਦਿੰਦਾ ਹੈ। ਅਸ ਅਦਭੁਤ ਸੁਨ ਮਹਪਤ ਨੰਦ, ਮੁਖ ਮੰਗਿਓ ਧਨ ਪਠਿਓ ਬਿਲੰਦ। ਇਸ ਤਰ੍ਹਾਂ ਵੀ ਰਾਜਾ ਰਤਨ ਰਾਏ ਨੇ ਜਦੋਂ ਇਹ ਹਾਥੀ ਦੀ ਮਹਿਮਾ ਸੁਣਿਆ ਨਾ ਵੀ ਹਾਥੀ ਸੋਹਣਾ ਬਹੁਤ ਹੈ ਔਰ ਬੜੀ ਚੰਗੀ ਤਰ੍ਹਾਂ ਇਹਨੂੰ ਸਿੱਖਿਆ ਦਿੱਤੀ ਹੋਈ ਹੈ, ਫਿਰ ਜਿਹੜਾ ਭਾਈ ਹਾਥੀ ਦਾ ਮਾਲਕ ਸੀ ਨਾ ਉਹਨੂੰ ਬਹੁਤਾ ਧਨ ਦੇ ਕੇ, ਜਿੰਨਾ ਧਨ ਉਹਨੇ ਮੰਗਿਆ ਉਹਨਾਂ ਧਨ ਦੇ ਕੇ ਰਾਜਾ ਰਤਨ ਰਾਏ ਨੇ ਖਰੀਦ ਲਿਆ ਹੈ। ਗੁਰ ਹਿਤ ਹਰਖਤ ਹੋਇ ਕਰ ਲੀਨੋ, ਸਿਤਾ ਕਰਤਾਦ ਖਾਨ ਕਉ ਦੀਨੋ। ਇਹ ਭਾਈ ਜਿਹੜਾ ਅਦਭੁਤ ਹਾਥੀ ਹੈ ਨਾ, ਇਹ ਰਾਜਾ ਰਤਨ ਰਾਏ ਨੇ ਜਿੰਨਾ ਹਾਥੀ ਦੇ ਮਾਲਕ ਨੇ ਧਨ ਮੰਗਿਆ ਉਹਦੇ ਵੱਲ ਭੇਜ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਦੇ ਵਾਸਤੇ, ਗੁਰੂ ਕੀ ਖੁਸ਼ੀ ਲੈਣ ਵਾਸਤੇ ਇਹਨੇ ਹਾਥੀ ਨੂੰ ਖਰੀਦ ਲਿਆ ਹੈ ਤੇ ਲਿਆ ਕਰਕੇ ਭਾਈ ਇਸ ਹਾਥੀ ਦੀ ਪਾਲਣਾ ਕੀਤੀ। ਇਹਨੂੰ ਘਿਓ ਖੰਡ ਆਦਿਕ ਖਾਣ ਨੂੰ ਦਿੱਤਾ ਜਾਂਦਾ ਹੈ ਹਾਥੀ ਨੂੰ। ਦੂਰ ਦੇਸ਼ ਤੇ ਏ ਮੰਗਵਾਇਬ, ਚਾਹਤ ਚਿਤ ਸਤਿਗੁਰੂ ਰਜਾਇਬ। ਰਾਜਾ ਰਤਨ ਰਾਏ ਨੇ ਬੜੇ ਦੂਰ ਦੇਸ਼ ਤੋਂ ਭਾਈ ਇਸ ਹਾਥੀ ਨੂੰ ਮੰਗਵਾਇਆ ਹੈ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੂੰ ਪ੍ਰਸੰਨ ਕਰਨਾ ਚਾਹੁੰਦਾ ਰਾਜਾ। ਇਸ ਕਰਕੇ ਇਸ ਹਾਥੀ ਨੂੰ ਦੂਰ ਦੇਸ਼ ਦੇ ਕਿਸੇ ਮਨੁੱਖ ਦੇ ਕੋਲੋਂ ਖਰੀਦਣਾ ਕੀਤਾ ਹੈ। ਪੰਚ ਕਲਾ ਇੱਕ ਸ਼ਾਸਤਰ ਅਜਾਇਬ, ਤਿਆਰ ਕਰਾਇਓ ਅਰਪਨ ਸਾਹਿਬ। ਫਿਰ ਕਵੀ ਜੀ ਕਹਿੰਦੇ ਇਸ ਤਰ੍ਹਾਂ ਰਾਜਾ ਰਤਨ ਰਾਏ ਨੇ ਭਾਈ ਇੱਕ ਪੰਚ ਕਲਾ ਸ਼ਾਸਤਰ ਜਿਹੜਾ ਏ ਬੜਾ ਅਜੀਬ ਕਿਸਮ ਦਾ ਬਣਿਆ ਹੋਇਆ ਗੁਰੂ ਕਲਗੀਧਰ ਪਾਤਸ਼ਾਹ ਜੀਆਂ ਨੂੰ ਭੇਟ ਕਰਨ ਵਾਸਤੇ ਕਹਿ ਕੇ ਤਿਆਰ ਕਰਵਾਇਆ ਹੈ। ਰਹਿਓ ਗਾਤਰੇ ਬਨਿਓ ਕਿਰਪਾਨ, ਤੀਖਨ ਧਾਰ ਕਰਹਿ ਰਿਪਹਾਨ। ਜਦੋਂ ਇਹ ਪੰਜ ਕਲਾ ਸ਼ਾਸਤਰ ਭਾਈ ਗਾਤਰੇ ਦੇ ਵਿੱਚ ਪਾਈਏ ਤੇ ਤਲਵਾਰ ਬਣ ਕੇ ਰਹਿੰਦਾ, ਕਿਰਪਾਨ ਬਣ ਕੇ, ਤੇ ਇਹਦੀ ਜਿਹੜੀ ਧਾਰ ਹੈ ਬੜੀ ਤਿੱਖੀ ਹੈ। ਜਦੋਂ ਇਹਨੂੰ ਭਾਈ ਗਾਤਰੇ ਚੋਂ ਕੱਢ ਕੇ ਚਲਾਈਦਾ ਹੈ ਤੇ ਫਿਰ ਸ਼ਤਰੂ ਦਾ ਨਾਸ਼ ਕਰ ਦਿੰਦਾ, ਵੈਰੀ ਦਾ। ਕਲ ਦਾਬੇ ਬਰਛੀ ਹੋਏ ਜਾਏ, ਸਨਮੁਖ ਆਰ ਕੇ ਹਤਹਿ ਬਗਾਏ। ਇਸ ਤਰ੍ਹਾਂ ਭਾਈ ਕਵੀ ਜੀ ਨੇ ਜ਼ਿਕਰ ਕੀਤਾ ਵੀ ਜਦੋਂ ਇਹਦਾ ਬਟਨ ਨੱਪੀਏ ਨਾ, ਕਲ ਦਾਬੇ ਬਰਛੀ ਹੋ ਜਾਏ। ਪੰਜ ਕਲਾ ਸ਼ਾਸਤਰ ਹੈ, ਜੇ ਗਾਤਰੇ ਰੱਖੀਏ ਤਲਵਾਰ ਬਣ ਜਾਂਦਾ ਹੈ ਤੇ ਜਦੋਂ ਭਾਈ ਇਹਨੂੰ ਗਾਤਰਿਓ ਕੱਢ ਕੇ ਚਲਾਈਏ ਤੇ ਫਿਰ ਤਿੱਖੀ ਧਾਰ ਦੇ ਸਹਿਤ ਬੈਰੀ ਦਾ ਨਾਸ਼ ਕਰ ਦਿੰਦਾ ਹੈ। ਇਸੇ ਤਰ੍ਹਾਂ ਕਵੀ ਜੀ ਕਹਿੰਦੇ ਇਹਦੀ ਕਲ ਦੱਬਣਾ ਕਰੀਏ, ਭਾਵ ਆਪਾਂ ਬਟਨ ਕਹਿ ਦਿੰਦੇ ਹਾਂ, ਬਟਨ ਦੱਬੀਏ ਤੇ ਇਹ ਬਰਛੀ ਬਣ ਜਾਂਦਾ ਹੈ ਤੇ ਬੈਰੀ ਦੇ ਸਾਹਮਣੇ ਖਲੋ ਕੇ ਜਦੋਂ ਇਹਨੂੰ ਚਲਾਉਣਾ ਕਰੀਏ ਬਰਛੀ ਦੇ ਰੂਪ ਦੇ ਵਿੱਚ ਤੇ ਬੈਰੀ ਦਾ ਨਾਸ਼ ਕਰ ਦਿੰਦਾ ਹੈ। ਪੁਨ ਕਲ ਦਾਬੇ ਬਨਹਿ ਤਮਾਂਚਾ, ਗੁਲਕਾ ਡਾਰ ਹਤਹਿ ਰਣ ਮਾਚਾ। ਇਸ ਤਰ੍ਹਾਂ ਫੇਰ ਦੁਬਾਰਾ ਇਹਦਾ ਬਟਨ ਨੱਪੀਏ ਤੇ ਇਹ ਭਾਈ ਤਮਾਚਾ ਕਹੀਏ, ਪਿਸਤੌਲ ਬਣ ਜਾਂਦਾ ਹੈ। ਫਿਰ ਪਿਸਤੌਲ ਇਹਦੇ ਵਿੱਚ ਗੋਲੀਆਂ ਪਾ ਕੇ ਚਲਾਈਏ ਮੈਦਾਨ ਦੇ ਵਿੱਚ, ਰਣ ਦੇ ਵਿੱਚ, ਤੇ ਬੈਰੀ ਦੇ ਨਾਲ ਲੜਾਈ ਕਰੀਏ ਤੇ ਬੈਰੀ ਨੂੰ ਮਾਰ ਦਿੰਦਾ ਹੈ। ਤੀਖਨ ਪੁਨ ਕਟਾਰ ਬਨ ਜਾਏ, ਰਿਪ ਟਿਗ ਪਹੁੰਚੇ ਉਦਰ ਧਮਾਈ। ਇਸੇ ਤਸਾਏ, ਇਸ ਤਰ੍ਹਾਂ ਤੀਖਨ ਪੁਨ ਕਟਾਰ ਬਣ ਜਾਏ। ਫਿਰ ਇਹਦੀ ਕਲ ਦੱਬੀਏ ਤੇ ਇਹ ਤਿੱਖੀ ਕਟਾਰ ਬਣ ਜਾਂਦਾ ਹੈ ਭਾਈ। ਫਿਰ ਹੱਥੋਂ ਹੱਥੀ ਜਦੋਂ ਬੈਰੀ ਨਾਲ ਜੰਗ ਕੀਤਾ ਜਾਂਦਾ ਹੈ ਤੇ ਫਿਰ ਇਹਨੂੰ ਬੈਰੀ ਦੇ ਪੇਟ ਵਿੱਚ ਧਸਾ ਕੇ ਬੈਰੀ ਨੂੰ ਮਾਰਿਆ ਜਾ ਸਕਦਾ ਹੈ। ਪੁਨ ਇੱਕ ਚੌਕੀ ਲਈ ਅਜਾਇਬ, ਕਰਨ ਪ੍ਰਸੰਨ ਸਤਿਗੁਰੂ ਸਾਹਿਬ। ਇਸ ਤਰ੍ਹਾਂ ਭਾਈ ਰਾਜਾ ਰਤਨ ਰਾਏ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਨੂੰ ਪ੍ਰਸੰਨ ਕਰਨ ਵਾਸਤੇ ਇੱਕ ਚੰਦਨ ਦੀ ਚੌਂਕੀ ਦਾ ਜ਼ਿਕਰ ਆਉਂਦਾ। ਕਈਆਂ ਨੇ ਸਿੱਧੀ ਚੌਂਕੀ ਕਿਹਾ ਵੀ ਚੌਂਕੀ ਖਰੀਦੀ ਮਹਾਰਾਜ ਜੀਆਂ ਵਾਸਤੇ, ਕਈ ਵਿਦਵਾਨਾਂ ਨੇ ਲਿਖਿਆ ਵੀ ਚੰਦਨ ਦੀ ਬਣੀ ਹੋਈ ਅਜੀਬ ਚੌਂਕੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਪ੍ਰਸੰਨ ਕਰਨ ਵਾਸਤੇ ਰਾਜਾ ਰਤਨ ਰਾਏ ਨੇ ਖਰੀਦਣਾ ਕੀਤੀ ਹੈ। ਜਬ ਇਸਕੀ ਕਲ ਦਾਬਨ ਕਰੈ, ਪੁਤਲੀ ਚਾਰ ਨਿਕਸਤਹਿ ਥਿਰੈ। ਜਦੋਂ ਭਾਈ ਇਸ ਚੌਂਕੀ ਦੀ ਕਲ ਕਹੀਏ, ਚੌਂਕੀ ਦੇ ਬਟਨ ਨੂੰ ਦੱਬੀਏ, ਇਹ ਚੌਂਕੀ ਦੇ ਵਿੱਚੋਂ ਚਾਰ ਪੁਤਲੀਆਂ, ਜਿਹੜੀਆਂ ਕਠਪੁਤਲੀਆਂ ਕਹਿ ਦਿੰਦੇ ਹਾਂ ਅਸੀਂ, ਛੋਟੇ ਛੋਟੇ ਆਕਾਰ ਦੇ ਬਣੇ ਹੋਏ ਬੁੱਤ ਕਹਿ ਲਓ, ਛੋਟੀਆਂ ਛੋਟੀਆਂ ਬਣੀਆਂ ਹੋਈਆਂ ਪੁਤਲੀਆਂ ਜਿਹੜੀਆਂ ਉਹ ਇਹਦੇ ਵਿੱਚੋਂ ਬਾਹਰ ਨਿਕਲ ਆਉਂਦੀਆਂ ਚੌਂਕੀ ਦੇ ਵਿੱਚ। ਜਦੋਂ ਇਹਦਾ ਬਟਨ ਦੱਬਣਾ ਕਰੀਏ ਤੇ ਨਿਕਲ ਕੇ ਭਾਈ ਉਹ ਚੌਂਕੀ ਤੇ ਬੈਠ ਜਾਂਦੀਆਂ ਸਥਿਰ ਹੋ ਕੇ। ਚੌਪਰ ਕੋ ਵਿਛਾਏ ਤਿਨ ਆਗੈ, ਡਲ ਕੋ ਗਹਿ ਸੋ ਖੇਲਨ ਲਾਗੈ। ਤੇ ਜਦੋਂ ਭਾਈ ਇਹਨਾਂ ਪੁਤਲੀਆਂ ਦੇ ਅੱਗੇ, ਕਠਪੁਤਲੀਆਂ ਦੇ ਅੱਗੇ ਚੌਪੜ ਵਿਛਾ ਦਿੱਤੀ ਜਾਵੇ ਨਾ, ਫਿਰ ਡਾਲਣੇ ਸੁੱਟ ਦਿੱਤੇ ਜਾਂਦੇ। ਡਾਲਣੇ ਸੁੱਟ ਕੇ ਇਹ ਪੁਤਲੀਆਂ ਚੌਪੜ ਖੇਡਣ ਲੱਗ ਜਾਂਦੀਆਂ ਹਨ। ਪੁਨ ਲੀਨਸ ਇੱਕ ਜਾਮ ਕਟੋਰਾ, ਇਨਹਿਤ ਦਰਬ ਦਿਓ ਨਹਿ ਥੋਰਾ। ਇਸ ਤਰ੍ਹਾਂ ਭਾਈ ਇਹ ਜਿਹੜਾ ਰਾਜਾ ਰਤਨ ਰਾਏ ਹੈ, ਇਸ ਰਾਜਾ ਰਤਨ ਰਾਏ ਨੇ ਇੱਕ ਚਾਂਦੀ ਦਾ ਬਣਿਆ ਹੋਇਆ ਕਟੋਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਟ ਕਰਨ ਵਾਸਤੇ ਖਰੀਦਿਆ, ਜਿਹੜਾ ਭਾਈ
ਇਹ ਅਕਸਰ ਚਾਂਦੀ ਦਾ ਬਣਿਆ ਹੁੰਦਾ ਹੈ। ਇਹਨੂੰ ਜਾਮੇ ਜੰਮ ਵੀ ਕਿਹਾ ਜਾਂਦਾ, ਵੀ ਜੰਮ ਜੰਮ ਵੀ ਕਿਹਾ ਜਾਂਦਾ ਹੈ। ਇਹਦਾ ਨਾਮ ਹੈ। ਇਹ ਜੰਮ ਜੰਮ ਵਾਲੇ ਸਾਰਾ ਇਹ ਤੇ ਦਿੱਲੀ ਦਾ ਇੱਕ ਪਾਤਸ਼ਾਹ ਹੋਇਆ ਜਮਸ਼ੈਦ ਪਾਤਸ਼ਾਹ ਨੇ ਇਹ ਪਿਆਲਾ ਭਾਈ ਬਣਵਾਇਆ ਸੀ ਇਸ ਤਰ੍ਹਾਂ ਦਾ। ਤੇ ਇਸ ਪਿਆਲੇ ਦੇ ਵਿੱਚ ਧਰਤੀ ਦੇ ਔਰ ਆਕਾਸ਼ ਦੇ ਜਿਹੜੇ ਨਕਸ਼ੇ ਬਣਾਏ ਗਏ ਸਨ। ਤੇ ਰਾਜੇ ਨੂੰ ਜਦੋਂ ਜ਼ਰੂਰਤ ਹੁੰਦੀ ਸੀ ਨਾ ਭਾਈ, ਇਹਨੂੰ ਕੁਝ ਲੋਕ ਜਿਹੜੇ ਆ ਉਹ ਤਿਲਿਸ਼ਮੀ ਜਿਹੜਾ ਕਟੋਰਾ ਵੀ ਕਹਿ ਦਿੰਦੇ ਸੀ, ਵੀ ਤਿਲਿਸ਼ਮੀ ਆਕਾਰ ਦਾ ਬਣਿਆ ਹੁੰਦਾ ਸੀ, ਤਿਲਿਸ਼ਮੀ ਆਕਾਰ ਦਾ ਸੀ। ਤੇ ਇਹਦੇ ਵਿੱਚ ਭਾਈ ਵੱਖ-ਵੱਖ ਨਕਸ਼ੇ ਦੇਖ ਲਏ ਜਾਂਦੇ ਸੀ ਧਰਤੀ ਦੇ ਔਰ ਆਕਾਸ਼ ਦੇ, ਜਦੋਂ ਰਾਜੇ ਨੂੰ ਜ਼ਰੂਰਤ ਹੁੰਦੀ ਸੀ। ਜਿਵੇਂ ਅੱਜ ਕੱਲ੍ਹ ਆਪਾਂ ਰਡਾਰ ਦੇ ਨਾਲ ਪਤਾ ਲੱਗ ਜਾਂਦਾ ਨਾ ਵੀ ਬੈਰੀ ਦਾ ਕੋਈ ਜਹਾਜ਼ ਆ ਰਿਹਾ ਜਾਂ ਕੋਈ ਬੈਰੀ ਚੜ੍ਹ ਕੇ ਆ ਰਿਹਾ, ਇੱਦਾਂ ਦਾ ਬਣਿਆ ਪ੍ਰਬੰਧ ਇਸ ਤਰ੍ਹਾਂ ਦਾ ਇਸ ਕਟੋਰੇ ਦੇ ਵਿੱਚ ਨਜ਼ਰ ਪੈ ਜਾਂਦੀ ਸੀ। ਇਹ ਕਟੋਰਾ ਬੜੀ ਅਜੀਬ ਕਿਸਮ ਦਾ ਰਾਜਾ ਰਤਨ ਰਾਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਟ ਕਰਨ ਵਾਸਤੇ, ਜਾਮੇ ਜੰਮ ਕਹਿ ਲਓ, ਜੰਮ ਜੰਮ ਕਹਿ ਲਓ, ਇਹ ਕਟੋਰਾ ਜਿਹੜਾ ਇਹ ਮਹਾਰਾਜ ਨੂੰ ਭੇਟ ਕਰਨ ਵਾਸਤੇ ਖਰੀਦਣਾ ਕੀਤਾ ਹੈ। ਕਿਤੇ ਆਦਿਕ ਵਸਤ ਸਮੁਦਾਈ ਰੁਚਰ ਵਿਭੂਖਨ ਖਚਤ ਕਰਾਈ। ਇਸ ਤੋਂ ਆਦ ਲੈ ਕੇ ਭਾਈ ਹੋਰ ਬਹੁਤ ਸਾਰੀਆਂ ਵਸਤੂਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਟ ਕਰਨ ਵਾਸਤੇ ਰਾਜਾ ਰਤਨ ਰਾਏ ਨੇ ਖਰੀਦੀਆਂ ਨੇ। ਤੇ ਬਹੁਤ ਸਾਰੇ ਗਹਿਣੇ ਜਿਹੜੇ ਆ ਵਿਭੂਖਣ ਕਹੀਏ ਗਹਿਣੇ, ਉਹ ਭਾਈ ਬੜੀ ਰੁਚੀ ਦੇ ਨਾਲ ਬੜੇ ਸੁੰਦਰ ਕਹਿ ਕੇ ਕਢਾ ਕੇ ਤਿਆਰ ਕਰਵਾਏ ਹਨ। ਬਹੁ ਅੰਬਰ ਬਹੁ ਬਿਦ ਕੇ ਲੀਨ ਚਲਬੇ ਹਿਤ ਤਿਆਰੀ ਨਿਜ ਕੀਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਭਾਈ ਬਹੁਤੇ ਗਹਿਣੇ ਕਢਵਾ ਕੇ ਤਿਆਰ ਕੀਤੇ ਨੇ ਕਾਰੀਗਰਾਂ ਦੇ ਪਾਸੋਂ। ਤੇ ਬਹੁ ਅੰਬਰ ਬਹੁ ਬਿਦ ਕੇ ਲੀਨ, ਬਹੁਤ ਤਰ੍ਹਾਂ ਦੇ ਰੰਗਾਂ ਦੇ ਵਸਤਰ ਰਾਜਾ ਰਤਨ ਰਾਏ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਭੇਟ ਕਰਨ ਵਾਸਤੇ ਖਰੀਦੇ ਨੇ। ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ, ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਸਤੇ ਰਾਜਾ ਰਤਨ ਰਾਏ ਨੇ ਭਾਈ ਸਮੂਹ ਆਪਣੇ ਸੈਨਿਕਾਂ ਦੇ ਸਮੇਤ, ਮਾਤਾ ਦੇ ਸਮੇਤ ਸਤਿਗੁਰਾਂ ਦੇ ਦਰਸ਼ਨਾਂ ਦੀ ਤਿਆਰੀ ਕੀਤੀ ਹੈ। ਤੋ ਇੱਥੇ ਪ੍ਰਸੰਗ ਦੀ ਸੰਪੂਰਨਤਾ ਹੁੰਦੀ ਹੈ ਭਾਈ। ਸਤਿਗੁਰੂ ਮਹਾਰਾਜ ਦਇਆ ਕਰਨ। ਇੰਨੀ ਕੋ ਪ੍ਰਸੰਗ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾਪ ਸੰਗਤ ਨੇ ਕਰਨੀ। ਸਤਿਗੁਰੂ ਦਿਆਲਤਾ ਕਰਨ, ਅੱਗੇ ਤੋਂ ਆਤਮ ਵਿਸ਼ੈਣੀ ਬੁੱਧ ਦੀ ਦਾਤ ਬਖਸ਼ਿਸ਼ ਕਰਨ। ਪੜ੍ਹੀ ਸੁਣੇ ਵਿਚਾਰ ਸਾਡੇ ਸਭ ਦੇ ਮਨ ਤੇ ਵਸੇ। ਮਹਾਰਾਜ ਦੀ ਮਿਹਰ ਹੋਵੇ ਭਾਈ। ਆਓ ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਇੱਥੇ ਪ੍ਰਸੰਗ ਦੀ ਸੰਪੂਰਨਤਾ ਸਮਾਪਤੀ ਕਰਦੇ ਹਾਂ ਜੀ। ਇਤਿ ਆਦਿਕ ਵਸਤ ਸਮੁਦਾਈ ਰੁਚਿਰ ਵਿਭੂਖਨ ਖਰਚ ਕਰਾਈ। ਬਹੁ ਅੰਬਰ ਬਹੁ ਬਿਦ ਕੋਈ ਲੀਨ ਚਲਬੇ ਹਿਤ ਤਿਆਰੀ ਨਿਜ ਕੀਨ। हे अच्युत हे पार ब्रह्म अविनाशी अगनास। हे पूर्ण हे सर्व मैं दुख भंजन गुणतास। हे संगी हे निरंकार हे निर्गुण सब टेक। हे गोविंद हे गुण निधान जाकै सदा विवेक। हे अपरंपर हर हरे है पी हो बनहार। हे संत है कै सदा संग निधारा आधार। हे ठाकुर हौ दासरो मैं निर्गुण गुण नहीं कोय। नानक दीजै नाम दान राखो हियै परोए। वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ।